ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੀਆਂ ਪ੍ਰਮੁੱਖ ਖਬਰਾਂ, ਕੁਝ ਗੱਲਾਂ ਬਾਤਾਂ ਜਿਨ੍ਹਾਂ ਬਾਰੇ ਪੂਰੇ ਕੈਨੇਡਾ ਦੇ ਵਿੱਚ ਸਾਰਾ ਦਿਨ ਚਰਚਾ ਹੁੰਦੀ ਰਹੀ ਹੈ, ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਖਬਰਾਂ ਦੇ ਵਿੱਚ ਅੱਜ ਪ੍ਰਮੁੱਖ ਖਬਰ ਰਹੀ ਹੈ ਕਿ ਪੈਟਰਿਕ ਬਰਾਊਨ ਨੂੰ ਪਾਰਟੀ ਲੀਡਰਸ਼ਿਪ ਦੌੜ ਤੋਂ ਬਾਹਰ ਕਰ ਦਿੱਤਾ। ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੀ ਚੋਣ ਹੋਣੀ ਆ। ਕੰਜ਼ਰਵੇਟਿਵ ਪਾਰਟੀ ਕੈਨੇਡਾ ਦੀ ਮੁੱਖ ਵਿਰੋਧੀ ਪਾਰਟੀ ਆ। ਪੈਟਰਿਕ ਬਰਾਊਨ ਨੂੰ ਇੱਕ ਦਾਅਵੇਦਾਰ ਮੰਨੇ ਜਾਂਦੇ ਸੀ ਲੀਡਰ ਦੇ। ਕੀ ਗੱਲਬਾਤ ਹੋਈ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ। ਗੈਸ ਦੀਆਂ ਕੀਮਤਾਂ ਲਗਾਤਾਰ ਵੱਧਦੀਆਂ ਰਹੀਆਂ। ਹੁਣ ਖਬਰ ਆ ਰਹੀ ਹੈ ਕਿ ਬ੍ਰਿਟਿਸ਼ ਕੋਲੰਬੀਆ ਤੇ ਗ੍ਰੇਟਰ ਵੈਨਕੂਵਰ ਦੇ ਵਿੱਚ ਗੈਸ ਦੀਆਂ ਕੀਮਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਘਟ ਸਕਦੀਆਂ। ਕਿਉਂ ਘਟ ਸਕਦੀਆਂ, ਇਹ ਗੱਲਬਾਤ ਕਰਾਂਗੇ। ਸਰੀ ਸਿਟੀ ਪੁਲਿਸ ਇੱਕ ਵਾਰੀ ਫੇਰ ਚਰਚਾ ਦੇ ਵਿੱਚ ਆ। ਬ੍ਰਿੰਡਾ ਲੌਕ ਦਾ ਬਿਆਨ ਇੱਕ ਵਾਰੀ ਫੇਰ ਆਇਆ ਕਿ ਜੇ ਮੇਅਰ ਬਣ ਗਏ ਤਾਂ ਇਹਦੇ ਤੋਂ ਬਾਅਦ ਇਹਨੂੰ ਰੋਕ ਦੇਣਗੇ। ਕੀ ਰੋਕ ਸਕਦੇ ਆ ਜਾਂ ਨਹੀਂ, ਇਹ ਗੱਲਬਾਤ ਦੇਖਾਂਗੇ। ਮੈਨੀਟੋਬਾ ਦੇ ਵਿੱਚ ਡਾਕਟਰ ਦਾ ਲਾਇਸੈਂਸ ਕੈਂਸਲ ਕੀਤਾ ਗਿਆ। ਦੱਸਦੇ ਆ ਕਿ ਜਿਹੜੇ ਐਥਿਕਸ ਦੀ ਪਾਲਣਾ ਕਰਨੀ ਚਾਹੀਦੀ ਆ ਉਹ ਨਹੀਂ ਕੀਤੀ, ਕੁਝ ਗੜਬੜਾਂ ਕੀਤੀਆਂ ਤੇ ਉਹਨਾਂ ਨੇ ਬੈਨ ਕਰ ਦਿੱਤਾ ਕਿ ਇਹ ਪ੍ਰੈਕਟਿਸ ਨਹੀਂ ਕਰ ਸਕਦੇ। ਕੈਨੇਡਾ ਦੇ ਵਿੱਚ ਵੈਕਸੀਨ ਦੀਆਂ ਲੱਖਾਂ ਡੋਜ਼ਾਂ ਬੇਕਾਰ ਹੋ ਗਈਆਂ, ਸਿੱਟਣੀਆਂ ਪਈਆਂ, ਐਕਸਪਾਇਰ ਹੋ ਗਈਆਂ। ਕੀ ਮਾਮਲਾ ਆ, ਇਹ ਸਾਂਝਾ ਕਰਾਂਗੇ। ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀ ਘਾਟ, ਸਟਾਫ ਦੀ ਘਾਟ ਲਗਾਤਾਰ ਆ ਤੇ ਵੈਨਕੂਵਰ ਦੇ ਇਲਾਕੇ ਦੇ ਵਿੱਚ ਇੱਕ ਹਸਪੀਟਲ ਦੇ ਵਿੱਚ ਐਮਰਜੈਂਸੀ ਯੂਨਿਟ ਬੰਦ ਕਰਨਾ ਪੈ ਰਿਹਾ ਜਾਂ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਸਟਾਫ ਦੀ ਘਾਟ ਕਰਕੇ। ਐਕਸਪ੍ਰੈਸ ਐਂਟਰੀ ਦੇ ਡਰਾ ਦੁਬਾਰਾ ਸ਼ੁਰੂ ਹੋਏ ਆ, ਕਿੱਥੇ ਤੱਕ ਸਕੋਰ ਗਿਆ, ਕੀ ਗੱਲਬਾਤ ਆ, ਇਹ ਵੀ ਪ੍ਰੋਗਰਾਮ ਦੇ ਆਖਰ ਵਿੱਚ ਜਾ ਕੇ ਸਾਂਝਾ ਕਰਾਂਗੇ। ਤੇ ਇੱਕ ਗੱਲਬਾਤ ਅੱਜ ਖਾਸ ਤੌਰ ਦੇ ਉੱਤੇ ਕਰਨੀ ਹੈ ਇੰਸ਼ੋਰੈਂਸ ਸੰਬੰਧੀ। AMC ਇੰਸ਼ੋਰੈਂਸ ਤੋਂ ਗੁਰਨੀਤ ਕੌਰ ਦੇ ਨਾਲ ਅਸੀਂ ਗੱਲਬਾਤ ਕਰਨੀ ਆ ਕਿ ਜਿਹੜਾ ਇੰਸ਼ੋਰੈਂਸ ਜਦੋਂ ਆਪਾਂ ਕਰਵਾਉਂਦੇ ਆ ਵਹੀਕਲ ਦਾ ਤੇ ਵਹੀਕਲ ਦੀ ਯੂਜੇਜ ਨਾ ਹੋਵੇ, ਉਹਨੂੰ ਖੜਾ ਰਹਿਣਾ ਹੋਵੇ ਤਾਂ ਉਸ ਵੇਲੇ ਕਟਾ ਦੇਣਾ ਚਾਹੀਦਾ ਜਾਂ ਕਿਹੜਾ ਇੰਸ਼ੋਰੈਂਸ ਕਰਾਉਣਾ ਚਾਹੀਦਾ, ਇਹਦੇ ਬਾਰੇ ਆਪਾਂ ਅਪਡੇਟ ਕਰਾਂਗੇ। ਪਹਿਲੀ ਖਬਰ ਅੱਜ ਪੈਟਰਿਕ ਵਾਲਟਰ ਬਰਾਊਨ ਜਿਹੜੇ ਕੈਨੇਡੀਅਨ ਪੋਲੀਟੀਸ਼ੀਅਨ ਨੇ ਤੇ ਇਸ ਵੇਲੇ 51ਵੇਂ ਮੇਅਰ ਨੇ, ਬਰੈਂਪਟਨ ਦੇ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੌੜ ਦੇ ਵਿੱਚ ਸ਼ਾਮਲ ਸਨ। ਹੁਣ ਤੱਕ ਸ਼ਾਮਲ ਸਨ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਇਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਇਸ ਰੇਸ ਦੇ ਵਿੱਚੋਂ ਕਿ ਤੁਸੀਂ ਇਹਦੇ ਤੋਂ ਅਯੋਗ ਹੋ, ਤੁਸੀਂ ਕੁਝ ਗਲਤ ਕੰਮ ਕੀਤੇ। ਹੁਣ ਗਲਤ ਕੰਮ ਕਿਹੜੇ ਕੀਤੇ ਇਹ ਅਜੇ ਤੱਕ ਸਾਹਮਣੇ ਨਹੀਂ ਆਏ, ਇਹਦੀ ਡਿਟੇਲ ਅਜੇ ਤੱਕ ਪਾਰਟੀ ਨੇ ਨਹੀਂ ਦਿੱਤੀ। ਪੈਟਰਿਕ ਬਰਾਊਨ ਕਹਿ ਰਿਹਾ ਕਿ ਮੈਨੂੰ ਰਾਜਸੀ ਲਾਗਲਾਟ ਕਰਕੇ ਬਾਹਰ ਕੀਤਾ ਗਿਆ, ਅਸਲ ਦੇ ਵਿੱਚ ਕੋਈ ਵੀ ਕਸੂਰ ਅਸੀਂ ਨਹੀਂ ਕੀਤਾ ਜਾਂ ਕੋਈ ਵੀ ਗਲਤ ਕੰਮ ਅਸੀਂ ਨਹੀਂ ਕੀਤਾ। ਕੰਜ਼ਰਵੇਟਿਵ ਪਾਰਟੀ ਮੁੱਖ ਵਿਰੋਧੀ ਪਾਰਟੀ ਇਸ ਵੇਲੇ ਕੈਨੇਡਾ ਦੇ ਵਿੱਚ ਕਹਿ ਸਕਦੇ ਹਾਂ। ਲਿਬਰਲ ਸਰਕਾਰ ਦੀ NDP ਦੇ ਨਾਲ ਭਾਈਵਾਲੀ ਹੈ, ਚੱਲ ਰਹੇ ਆ। ਤੇ ਜਿਹੜੇ ਦੂਜੇ ਨੰਬਰ ਦੇ ਉੱਤੇ ਪਾਰਟੀ ਕੈਨੇਡਾ ਦੇ ਵਿੱਚ ਆਉਂਦੀ ਉਹ ਕੰਜ਼ਰਵੇਟਿਵ ਪਾਰਟੀ ਹੈ। ਕੰਜ਼ਰਵੇਟਿਵ ਪਾਰਟੀ ਦੇ ਲੀਡਰਸ਼ਿਪ ਦੀ ਦੌੜ ਆ, ਕਿਹਨੇ ਲੀਡਰ ਬਣਨਾ ਆ ਜਾਂ ਇੱਦਾਂ ਕਹਿ ਲਓ ਆਉਣ ਦੇ ਸਮੇਂ ਦੇ ਵਿੱਚ ਪ੍ਰਧਾਨ ਮੰਤਰੀ ਦਾ ਉਮੀਦਵਾਰ, ਉਸ ਪਦ ਦਾ ਉਮੀਦਵਾਰ ਕਿਹਨੇ ਹੋਣਾ, ਇਹਦੀ ਇਹ ਦੌੜ ਆ। ਇਸ ਦੌੜ ਦੇ ਵਿੱਚ ਇਸ ਵੇਲੇ ਜਿਹੜੇ ਸ਼ਾਮਲ ਸੀ ਦੇ ਵਿੱਚੋਂ ਇੱਕ ਪੈਟਰਿਕ ਵਾਲਟਰ ਬਰਾਊਨ, ਬਰੈਂਪਟਨ ਦੇ ਮੇਅਰ, ਕਾਫੀ ਚਰਚਾ ਦੇ ਵਿੱਚ ਸੀਗੇ। ਤੇ ਜਿਹੜੇ ਇਹ ਆ ਪਿਛਲੇ ਸਮੇਂ ਦੇ ਕਈ ਤਰ੍ਹਾਂ ਦੀ ਪੋਲੀਟਿਕਸ ਦੇ ਵਿੱਚ ਰਹੇ ਆ, ਪ੍ਰੋਵਿੰਸ਼ੀਅਲ ਪੋਲੀਟਿਕਸ ਦੇ ਵਿੱਚ ਰਹੇ ਆ, ਫਿਰ ਮਿਊਨਿਸਪਲ ਦੇ ਵਿੱਚ ਵੀ ਆ ਗਏ, ਫਿਰ ਉੱਧਰ ਵੀ ਰਹੇ ਆ। ਕੰਜ਼ਰਵੇਟਿਵ ਪਾਰਟੀ ਜੁਆਇਨ ਕਰ ਲਈ ਸੀ, ਮੈਂਬਰ ਆਫ ਪਾਰਲੀਮੈਂਟ ਰਹੇ 2006 ਦੇ ਵਿੱਚ ਬੈਰੀ ਤੋਂ, ਫਿਰ ਹਾਊਸ ਆਫ ਕਾਮਨਸ ਦੇ ਵਿੱਚ 15 ਤੱਕ ਇਹ ਗਏ ਆ। ਇਸੇ ਤਰ੍ਹਾਂ ਬਾਅਦ ਦੇ ਵਿੱਚ ਅੰਟੈਰੀਓ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਜਿਹੜੀ PC ਪਾਰਟੀ ਕਹਿੰਦੇ ਆ ਉੱਥੇ ਚਲੇ ਗਏ। ਫਿਰ ਉਸ ਤੋਂ ਬਾਅਦ ਰਿਜ਼ਾਈਨ ਕਰ ਦਿੱਤਾ ਇਹਨਾਂ ਨੇ, ਫਿਰ ਦੂਜੇ ਪਾਸੇ ਚਲੇ ਗਏ, ਫਿਰ ਲੀਡਰ ਆਫ ਆਪੋਜੀਸ਼ਨ ਬਣ ਗਏ। ਇਸੇ ਤਰ੍ਹਾਂ ਹੀ ਜਿਹੜੇ 2018 ਦੇ ਵਿੱਚ ਇਹ ਮੁੜ ਕੇ ਫਿਰ ਇੱਧਰਲੇ ਪਾਸੇ ਆ ਗਏ ਸਿਟੀ ਇਲੈਕਸ਼ਨ ਦੇ, ਸਿਟੀ ਵਾਲੇ ਪਾਸੇ, ਤੇ ਫਿਰ ਇੱਥੇ ਇਹ ਮੇਅਰ ਰਹੇ ਆ। ਹੁਣ ਪੈਟਰਿਕ ਬਰਾਊਨ ਨੂੰ ਬਾਹਰ ਕਰ ਦਿੱਤਾ ਗਿਆ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਰੇਸ ਦੇ ਵਿੱਚੋਂ। ਤੇ ਇਹ ਕਹਿੰਦੇ ਆ ਵੀ ਇਹ ਪੋਲੀਟੀਕਲੀ ਕਰਪਟ ਮੂਵ ਆ, ਵੀ ਰਾਜਨੀਤਿਕ ਤੌਰ ਦੇ ਉੱਤੇ ਇੱਕ ਗਲਤ ਕੀਤਾ ਗਿਆ ਫੈਸਲਾ ਆ ਮੈਨੂੰ ਬਾਹਰ ਕੱਢਣ ਦੇ ਲਈ। ਐਲੀਗੇਸ਼ਨ ਜਿਹੜੇ ਅਨੋਨੀਮਸ ਐਲੀਗੇਸ਼ਨ ਦੱਸੇ ਜਾ ਰਹੇ ਆ ਕਿ ਕਾਰਨ ਪਤਾ ਨਹੀਂ ਕੀ ਆ। ਮੁੱਖ ਤੌਰ ਦੇ ਉੱਤੇ ਇਹਨਾਂ ਦੇ ਜਿਹੜੇ ਮੁੱਖ ਵਿਰੋਧੀ ਦੇ ਮੁਕਾਬਲਾ ਸਿੱਧਾ ਪੈਟਰਿਕ ਬਰਾਊਨ ਤੇ ਪੀਅਰ ਪੋਲੀਵੇਅਰ ਦੇ ਵਿੱਚ ਮੰਨਿਆ ਜਾ ਰਿਹਾ ਸੀ। ਤੇ ਹੁਣ ਕੁਝ ਮੈਂਬਰ ਜਿਹੜੇ ਬਰੈਂਪਟਨ ਸਿਟੀ ਕੌਂਸਲ ਦੇ ਇਸ ਮਾਮਲੇ ਦੇ ਵਿੱਚ ਕੰਸਰਨ ਦੱਸ ਰਹੇ ਆ ਕਿ ਜਿਹੜੇ ਕੋਈ ਰਿਸੋਰਸਿਸ ਪੈਟਰਿਕ ਬਰਾਊਨ ਦੀ ਕੈਂਪੇਨ ਦੇ ਵਿੱਚ ਕਿਤੇ ਉਹ ਤਾਂ ਨਹੀਂ ਯੂਜ਼ ਕੀਤੇ ਗਏ। ਪੈਟਰਿਕ ਬਰਾਊਨ ਕਹਿ ਰਿਹਾ ਕਿ ਮੈਂ ਕੁਝ ਵੀ ਗਲਤ ਨਹੀਂ ਕੀਤਾ। ਉਹ ਕਹਿੰਦੇ ਜੇ ਮਤਲਬ ਕੁਝ ਵੀ ਇਸ ਕਿਸਮ ਦਾ ਹੈਗਾ ਆ ਤਾਂ ਮੈਨੂੰ ਇਮੀਡੀਏਟਲੀ ਦੱਸਿਆ ਜਾਣਾ ਚਾਹੀਦਾ ਤਾਂ ਕਿ ਮੈਂ ਉਹਨੂੰ ਠੀਕ ਕਰ ਸਕਾਂ, ਉਹਨੂੰ ਐਡਰੈਸ ਕਰ ਸਕਾਂ। ਅੱਜ ਉਹਨਾਂ ਦੀ ਮੀਟਿੰਗ ਸੀਗੀ ਕੁਝ ਨਿਊਜ਼ ਏਜੰਸੀਜ਼ ਦੇ ਨਾਲ, ਉਹਨਾਂ ਦੇ ਵਿੱਚ ਜਦੋਂ ਉਹਨਾਂ ਦੀ ਡਿਸਕੁਆਲੀਫਿਕੇਸ਼ਨ ਹੋਈ ਹੈ ਇਹ, ਤਾਂ ਉਹਦੇ ਤੋਂ ਬਾਅਦ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ, ਦੱਸਿਆ। ਹੁਣ ਕੋਈ ਪੈਸੇ ਦਾ ਮਾਮਲਾ ਦੱਸਦੇ ਆ ਕਿ ਪੈਸੇ ਦੇ ਮਾਮਲੇ ਵਿੱਚ ਕਿਤੇ ਨਾ ਕਿਤੇ ਗੜਬੜ ਹੋਈ ਆ ਤੇ ਇਸ ਕਰਕੇ ਇਹਨਾਂ ਨੂੰ ਬਾਹਰ ਕੱਢ ਦਿੱਤਾ। ਸਮਾਂ ਬਹੁਤ ਥੋੜ੍ਹਾ ਰਹਿ ਗਿਆ, 2 ਮਹੀਨੇ ਦੇ ਲਗਭਗ ਸਮਾਂ ਆ ਇਹ ਇਹਨਾਂ ਦੇ ਲੀਡਰ ਚੁਣਨ ਦੇ ਲਈ। ਤੇ ਹੁਣ ਸਿੱਧੀ ਇਹਨਾਂ ਦੀ ਟੱਕਰ ਜਿਹੜੀ ਆਪਸ ਦੇ ਵਿੱਚ, ਜਿਹੜੀ ਮਤਲਬ ਪਾਰਟੀ ਦੇ ਵਿੱਚ ਆਪਸ ਦੇ ਵਿੱਚ ਕਲੇਸ਼ ਆ ਉਹ ਵੱਧ ਗਿਆ। ਜਿਹੜੀ ਪੈਟਰਿਕ ਬਰਾਊਨ ਦੀ ਕੈਂਪੇਨ ਆ ਉਹਨੇ ਇਹਨੂੰ ਨਿਖੇਧੀ ਕੀਤੀ ਹੈ, ਇਹਨੂੰ ਗਲਤ ਕਿਹਾ
कि ये बिल्कुल जिहड़ा पीयर पॉलीवे दे एक मतलब उन्हां नूं जिताउण दे लई जाण-बुੱਝ के इन्हां नूं पिछे कीता गया। दो ही जिद्दां मैं पहिलां दस्सिया कि वड्डे ਨਾਂ ਸੀ इस मामले दे विच पीयर पॉलीएव ते दूजा पीयर पॉलीएव ਦੇ ਨਾਲ ਪੈਟਰਿਕ ਬਰਾਊਨ ਤੇ ਉਹ ਕਹਿੰਦੇ ਵੀ ਮੈਨੂੰ ਜਾਣ-ਬੁੱਝ ਕੇ ਪਿੱਛੇ ਕਰ ਦਿੱਤਾ। ਪੈਟਰਿਕ ਬਰਾਊਨ ਬਹੁਤ ਮੰਨੇ ਜਾਂਦੇ ਆ ਸਿਆਸਤ ਦੇ ਮਾਹਰ, ਜਿਹੜੇ ਵੀ ਪੋਲਿਟਿਕਸ ਦੇ ਵਿੱਚ ਜਾਂਦੇ ਆ ਬਹੁਤ ਜਲਦੀ ਇਹ ਗਰੋ ਕਰਦੇ ਆ। ਯੰਗ ਪੋਲੀਟੀਸ਼ੀਅਨ ਨੇ, 78 ਦਾ ਇਹਨਾਂ ਦਾ ਬਰਥ ਆ ਤੇ ਥੋੜੇ ਚਿਰ ਦੇ ਵਿੱਚ ਮੇਅਰ ਬਰੈਂਪਟਨ ਦੇ, ਫਿਰ ਜਿਹੜੀ ਉੱਥੇ ਦੀ ਪ੍ਰੋਵਿੰਸ਼ੀਅਲ ਪੋਲੀਟਿਕਸ ਦਾ ਉਹਦੇ ਵਿੱਚ, ਫਿਰ ਜਿਹੜੀ ਫੈਡਰਲ ਪੋਲੀਟਿਕਸ ਦੇ ਵਿੱਚ ਉਹਦੇ ਵਿੱਚ ਫਿਰ ਕਦੇ ਉੱਧਰ ਜਾਂਦੇ ਆ ਕਦੇ ਉੱਧਰ ਜਾਂਦੇ ਆ। ਇਹਨਾਂ ਨੂੰ ਇਸ ਗੱਲ ਦਾ ਮਾਹਰ ਮੰਨਿਆ ਜਾਂਦਾ, ਪਰ ਕਿਤੇ ਨਾ ਕਿਤੇ ਉਹ ਇਸ ਵਾਰ ਉਹਨਾਂ ਦੀ ਗੱਲ ਬਣੀ ਨਹੀਂ। ਕੱਲ੍ਹ ਰਾਤ ਯਾਨੀ ਕਿ ਮੰਗਲਵਾਰ ਦੀ ਰਾਤ ਨੂੰ ਜਿਹੜੀ LEOC ਆ, ਇਲੈਕਸ਼ਨ ਆਰਗੇਨਾਈਜੇਸ਼ਨ ਕਮੇਟੀ, ਉਹ ਇੱਕ ਬਿਆਨ ਜਾਰੀ ਕਰਦੀ ਆ। ਬਿਆਨ ਇਹ ਕਰਦੀ ਆ ਕਿ ਕੁਛ ਨਾ ਕੁਛ ਪੈਟਰਿਕ ਬਰਾਊਨ ਨੇ ਗੜਬੜ ਕੀਤੀ ਆ ਤੇ ਇਸ ਗੜਬੜ ਕਰਕੇ ਅਸੀਂ ਇਹਨਾਂ ਨੂੰ ਇਸ ਇਲੈਕਸ਼ਨ ਦੇ ਲਈ ਮੰਨ ਨਹੀਂ ਰਹੇ ਕਿ ਇਹਦੇ ਵਿੱਚ ਇਲੈਕਸ਼ਨ ਲੜ ਸਕਦੇ ਆ, ਇਸ ਕਰਕੇ ਇਹਨਾਂ ਨੂੰ ਅਸੀਂ ਬਾਹਰ ਕਰ ਦਿੱਤਾ ਹੈ। ਵੀ ਜਿਹੜੀ ਇਲੈਕਸ਼ਨ ਕੈਨੇਡਾ ਦੇ ਵੀ ਕੁਛ ਨਿਯਮ ਹੈਗੇ ਆ, ਹਾਲਾਂਕਿ ਪਾਰਟੀ ਦੀ ਆਪਣੀ ਇਲੈਕਸ਼ਨ ਆ, ਪਾਰਟੀ ਦੇ ਮੈਂਬਰਾਂ ਨੇ ਇਹਦੇ ਵਿੱਚ ਵੋਟ ਪਾ ਕੇ, ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਮੈਂਬਰ ਨੇ ਉਹਨਾਂ ਨੇ ਚੁਣਨਾ ਕਿ ਸਾਡਾ ਲੀਡਰ ਜਿਹੜਾ ਆ ਉਹ ਕੌਣ ਹੋਵੇ। ਪਰ ਕਿਉਂਕਿ ਫਿਰ ਵੀ ਇਲੈਕਸ਼ਨ ਦੇ ਕੁਛ ਨਿਯਮ ਨੇ, ਕਿਹੜੇ ਨੂੰ ਮੈਂਬਰ ਬਣਾ ਸਕਦੇ ਆ, ਕੌਣ ਮੈਂਬਰਸ਼ਿਪ ਦੀ ਫੀਸ ਦਿੰਦਾ ਆ, ਇਹ ਸਾਰੀਆਂ ਗੱਲਾਂ ਤੈਅ ਕਰਦੀਆਂ ਤੇ ਉਸ ਮਤਲਬ ਜਿਹੜੀ ਵੋਟਿੰਗ ਆ ਉਹ ਫੇਅਰ ਹੋਵੇ। ਇਸ ਕਰਕੇ ਇਲੈਕਸ਼ਨ ਕੈਨੇਡਾ ਨੂੰ ਵੀ ਇਹਦੀ ਇਨਫੋਰਮੇਸ਼ਨ ਦਿੱਤੀ ਜਾਂਦੀ ਆ ਵੀ ਇਹ ਕੌਣ ਇਹਦੇ ਵਿੱਚ ਜ਼ਿੰਮੇਵਾਰ ਆ। ਉਹ ਜਿਹੜੇ ਪੈਟਰਿਕ ਬਰਾਊਨ ਆ ਉਹ ਕਹਿੰਦੇ ਵੀ ਸਾਨੂੰ ਦੱਸਿਆ ਹੀ ਕਿਸੇ ਨੇ ਨਹੀਂ, ਸਾਨੂੰ ਤਾਂ ਮੀਡੀਆ ਦੱਸ ਰਿਹਾ ਇਹ ਗੱਲ ਕਿ ਤੁਹਾਨੂੰ ਉਹਦੇ ਵਿੱਚੋਂ ਬਾਹਰ ਕੱਢ ਦਿੱਤਾ, ਸਾਰਾ ਕੁਝ ਹੋ ਚੁੱਕਾ ਇਸ ਵੇਲੇ। ਇਹ ਗੱਲ ਕਿਤੇ ਨਾ ਕਿਤੇ ਕੰਜ਼ਰਵੇਟਿਵ ਪਾਰਟੀ ਦੇ ਵੀ ਹੱਕ ਵਿੱਚ ਨਹੀਂ ਜਾਂਦੀ, ਕਿਉਂਕਿ 2 ਮਹੀਨੇ ਦਾ ਸਮਾਂ ਰਹਿ ਗਿਆ, ਬੈਲਟ ਛਪ ਚੁੱਕੇ ਆ, ਸਾਰਾ ਕੁਝ ਹੋ ਚੁੱਕਿਆ, ਉਹਦੇ ਉੱਤੇ ਸਾਰਿਆਂ ਦੇ ਨਾਂ ਛਪ ਗਏ, ਪੈਟਰਿਕ ਬਰਾਊਨ ਦਾ ਨਾਂ ਉਹਦੇ ਉੱਤੇ ਆ। ਤੇ ਹੁਣ ਜਦੋਂ ਫਿਰ ਵੋਟ ਪਾਉਣ ਜਾਣਗੇ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਮੈਂਬਰ ਨੇ, ਤੇ ਉਹ ਜੇ ਉਹਦੇ ਉੱਤੇ ਮੋਹਰ ਲਾਈ ਜਾਂਦੇ ਆ ਪੈਟਰਿਕ ਬਰਾਊਨ ਦੇ ਨਾਂ ਦੇ ਉੱਤੇ, ਤਾਂ ਫਿਰ ਕੀ ਹੋਊਗਾ? ਤੇ ਜੇ ਬਹੁਤ ਜ਼ਿਆਦਾ ਲੋਕ ਪੈਟਰਿਕ ਬਰਾਊਨ ਦੇ ਨਾਂ ਦੇ ਉੱਤੇ ਮੋਹਰ ਲਾ ਦੇਣਗੇ ਤਾਂ ਫਿਰ ਉਹਨੂੰ ਕਿੱਦਾਂ ਮੰਨਿਆ ਜਾਊਗਾ? ਹਾਲਾਂਕਿ ਜਿੱਦਾਂ ਬਾਰ-ਬਾਰ ਇਹੀ ਗੱਲ ਆ ਰਹੀ ਹੈ ਕਿ ਦੋਸ਼ ਸਿੱਧੇ ਕੀ ਆ, ਉਹ ਬੜੀ ਗੱਲ ਕਲੀਅਰ ਨਹੀਂ ਹੋਈ ਹਜੇ ਤੱਕ। ਗੱਲ ਕਿਹਾ ਗਿਆ ਵੀ ਕਿਤੇ ਨਾ ਕਿਤੇ ਜਿਹੜੀ ਪੈਸਿਆਂ ਦੇ ਮਾਮਲੇ ਦੀ ਕੋਈ ਗੜਬੜ ਹੈਗੀ ਆ, ਪਰ ਕੀ ਗੜਬੜ ਆ, ਉਹਨਾਂ ਨੂੰ ਅਯੋਗ ਹੀ ਕਿਉਂ ਠਹਿਰਾ ਦਿੱਤਾ ਗਿਆ? ਕੀ ਕਿਤੇ ਲੀਡਰਸ਼ਿਪ ਰੇਸ ਦੇ ਵਿੱਚ ਕਿਸੇ ਨੂੰ ਫਾਇਦਾ ਪਹੁੰਚਾਉਣ ਦੀ ਗੱਲ ਤਾਂ ਨਹੀਂ? ਕੁਛ ਲੋਕਾਂ ਨੇ ਪੈਟਰਿਕ ਬਰਾਊਨ ਦੇ ਹੱਕ ਵਿੱਚ ਵੀ ਵੋਟ ਪਾਈ ਹੈ। ਜਦੋਂ ਜਿਹੜੀ ਕਮੇਟੀ ਹੈ ਜਿਹੜੀ ਇਹ ਫੈਸਲਾ ਕਰਦੀ ਹੈ ਕਿ ਕਿਹਨੂੰ ਅੱਗੇ ਲੈ ਕੇ ਇਹ ਮਤਲਬ ਇਹਨਾਂ ਨੂੰ ਬਾਹਰ ਕੱਢਣਾ ਜਾਂ ਨਹੀਂ ਕੱਢਣਾ, ਉਹਦੇ ਵਿੱਚ ਕੁਛ ਲੋਕ ਇਹਨਾਂ ਦੇ ਹੱਕ ਵਿੱਚ ਸੀਗੇ, ਪਰ ਬਹੁ ਗਿਣਤੀ ਜਿਹੜੀ ਆ ਉਹ ਇਸ ਗੱਲ ਦੇ ਹੱਕ ਵਿੱਚ ਸੀ ਕਿ ਪੈਟਰਿਕ ਬਰਾਊਨ ਨੇ ਗਲਤ ਕੀਤਾ, ਇਹਨਾਂ ਨੂੰ ਇਸ ਲੀਡਰਸ਼ਿਪ ਦੌੜ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ, ਤੇ ਅਲਟੀਮੇਟਲੀ ਫੈਸਲਾ ਉਹੀ ਕੀਤਾ ਗਿਆ। ਹੁਣ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਪੀਅਰ ਪੋਲੀਐਵ ਤੇ ਦੂਜਾ ਜਿਹੜਾ ਪੈਟਰਿਕ ਬਰਾਊਨ ਆ, ਮੈਂਬਰਸ਼ਿਪ ਦੇ ਜਿਹੜੇ ਅੰਕੜੇ ਜਦੋਂ ਹੁਣ ਇਹ ਵੀ ਕਿਹਾ ਜਾ ਰਿਹਾ ਕਿ ਜਦੋਂ ਜਿਹੜੇ ਪੀਅਰ ਪੋਲੀਐਵ ਮੰਨ ਕੇ ਚੱਲਦੇ ਸੀ ਵੀ ਮੈਂ ਜਿੱਤ ਜਾਣਾ, ਤੇ ਜਦੋਂ ਪੈਟਰਿਕ ਬਰਾਊਨ ਵਾਲੇ ਅੰਕੜੇ ਕੁਛ ਸਾਹਮਣੇ ਆਉਂਦੇ ਆ ਤਾਂ ਜਿਹੜਾ ਇਹ ਦੱਸਦਾ ਆ ਕਿ ਜਿੱਤ ਉਹਨਾਂ ਦੀ ਸੌਖੀ ਨਹੀਂ ਆ। ਤੇ ਹੁਣ ਸਿੱਧਾ ਕਿਹਾ ਜਾ ਰਿਹਾ ਕਿ ਅਸਲ ਦੇ ਵਿੱਚ ਜਿਹੜੇ ਪੈਟਰਿਕ ਬਰਾਊਨ ਦੇ ਸਪੋਰਟਰ ਨੇ ਉਹ ਇਹ ਕਹਿ ਰਹੇ ਆ ਕਿ ਪਾਰਟੀ ਅਗਲੀਆਂ ਇਲੈਕਸ਼ਨ ਜਿੱਤਣ ਦੇ ਲਈ ਸੀਰੀਅਸ ਹੀ ਨਹੀਂ ਆ, ਕਿ ਜੇ ਆਪਸ ਦੇ ਵਿੱਚ ਇਸੇ ਤਰ੍ਹਾਂ ਹੀ ਲੜੀ ਗਏ ਤਾਂ ਅਗਲੀ ਇਲੈਕਸ਼ਨ ਕਿੱਥੋਂ ਜਿੱਤ ਸਕਣਗੇ ਇਹ ਵੀ। ਇਸ ਕਰਕੇ ਇਹ ਬਹੁਤ ਵੱਡਾ ਨੁਕਸਾਨ ਪਾਰਟੀ ਦਾ ਹੋ ਰਿਹਾ। ਜਿਹੜੀ ਇਲੈਕਸ਼ਨ ਲੀਡਰਸ਼ਿਪ ਇਲੈਕਸ਼ਨ ਆਰਗੇਨਾਈਜ਼ ਕਮੇਟੀ ਆ, ਉਹਦੇ ਕੁਛ ਬੰਦੇ ਜਿਹੜੇ ਇਹ ਗੱਲਬਾਤ ਦੱਸ ਰਹੇ ਆ ਕਿ ਨਾ ਬੈਲਟ ਦੇ ਉੱਤੇ ਹੋਊਗਾ, ਕਿਉਂਕਿ ਲੱਖਾਂ ਹੀ ਮੈਂਬਰ ਨੇ ਤੇ ਫਿਰ ਕਿੰਨੇ ਹੀ ਜਿਹੜੇ ਇਹ ਬੈਲਟ ਆ ਇਹ ਛਪ ਚੁੱਕੇ ਆ, ਤੇ ਉਹਦੇ ਉੱਤੇ ਜੇ ਹੁਣ ਲੋਕ ਪੈਟਰਿਕ ਬਰਾਊਨ ਦੇ ਨਾਂ ਦੇ ਉੱਤੇ ਜਿਹੜੇ ਲਾ ਦਿੰਦੇ ਆ ਮੋਹਰ, ਤਾਂ ਉਹਦਾ ਕੀ ਬਣਨਾ? ਉਹਨੂੰ ਗਿਣਿਆ ਜਾਣਾ, ਉਹਨੂੰ ਨਹੀਂ ਗਿਣਿਆ ਜਾਣਾ, ਜਾਂ ਉਹਨੂੰ ਕਿਹੜੇ ਹੱਕ ਦੇ ਵਿੱਚ ਸਮਝਿਆ ਜਾਊਗਾ? ਜੇ ਜ਼ਿਆਦਾ ਲੋਕ ਪੈਟਰਿਕ ਬਰਾਊਨ ਦੇ ਹੱਕ ਦੇ ਵਿੱਚ ਵੋਟ ਪਾ ਜਾਂਦੇ ਆ ਤਾਂ ਫਿਰ ਕੀ ਸਮਝਿਆ ਜਾਊਗਾ ਕਿ ਜਿਹੜਾ ਪਾਰਟੀ ਦਾ ਫੈਸਲਾ ਸੀ ਉਹ ਗਲਤ ਸੀ? ਕੀ ਪੈਟਰਿਕ ਬਰਾਊਨ ਹੁਣ ਆਪਣੀ ਕੈਂਪੇਨ ਇੱਥੇ ਹੀ ਜਿਹੜੇ ਬੰਦ ਕਰ ਦੇਣਗੇ? ਦੋਵਾਂ ਦੀ ਲਗਾਤਾਰ ਆਪਸ ਦੇ ਵਿੱਚ ਲੱਗਦੀ ਰਹੀ ਹੈ ਪਾਰਟੀ ਦੇ ਵਿੱਚ, ਪੀਅਰ ਪੋਲੀਐਵ ਦੀ ਤੇ ਪੈਟਰਿਕ ਬਰਾਊਨ ਦੀ ਵੀ, ਇੱਕ ਦੂਜੇ ਨੂੰ ਬੜੇ ਸਿਆਸੀ ਬਿਆਨ ਵੀ ਇੱਕ ਦੂਜੇ ਦੇ ਉੱਤੇ ਇਹ ਜਿਹੜੇ ਆ ਦਾਗਦੇ ਰਹੇ ਆ। ਸੋ ਇਸ ਮਾਮਲੇ ਜਿਹੜੇ ਪੈਟਰਿਕ ਬਰਾਊਨ ਵੀ ਪਹਿਲਾਂ ਕਈ ਗੱਲਾਂ ਦੇ ਵਿੱਚ ਕਹੇ, ਇਹਨਾਂ ਦੇ ਜਿਨਸੀ ਦੁਰਵਿਹਾਰ ਦੇ ਕੁਝ ਇਲਜ਼ਾਮ ਵੀ ਇਹਨਾਂ ਦੇ ਉੱਤੇ ਲੱਗੇ ਸੀ ਲੀਡਰਸ਼ਿਪ ਤੇ, ਉਹਦੇ ਉੱਤੇ ਉਹਨਾਂ ਨੂੰ ਅਸਤੀਫਾ ਵੀ ਦੇਣਾ ਪਿਆ ਸੀ। ਕਈ ਮਾਮਲੇ ਇਸ ਮਾਮਲੇ ਦੇ ਵਿੱਚ ਜਿਹੜੇ ਉਸ ਵੇਲੇ ਸਾਹਮਣੇ ਆਏ ਸੀ। ਸੋ 6 ਉਮੀਦਵਾਰਾਂ ਦੇ ਵਿੱਚੋਂ ਇੱਕ ਇਹ ਸੀਗੇ, ਟੋਟਲ 6 ਜਿਹੜੇ ਸੀਗੇ, ਮੈਂ ਮਾਫੀ ਚਾਹੁੰਦਾ ਪਹਿਲਾਂ 7 ਕਹਿ ਦਿੱਤੇ, ਟੋਟਲ 6 ਸੀਗੇ। ਹੁਣ 10 ਸਤੰਬਰ ਨੂੰ ਨਵੇਂ ਲੀਡਰ ਦਾ ਐਲਾਨ ਹੋ ਜਾਣਾ ਆ ਤੇ ਇਹਨਾਂ ਨੂੰ ਡਿਸਕੁਆਲੀਫਾਈ ਕੀਤਾ ਗਿਆ। ਇੱਕ ਬਹੁਤ ਵੱਡੀ ਅੱਜ ਦੀ ਖਬਰ, ਕੰਜ਼ਰਵੇਟਿਵ ਜਿਹੜੀ ਲੀਡਰਸ਼ਿਪ ਇਲੈਕਸ਼ਨ ਆਰਗੇਨਾਈਜੇਸ਼ਨ ਕਮੇਟੀ ਆ, LEOC ਆ,
ਉਹਦੇ ਜਿਹੜੇ ਚੇਅਰ ਨੇ ਲੈਨ ਬਰੋਡੀ, ਉਹਨਾਂ ਵੱਲੋਂ ਇਹ ਅਨਾਊਂਸਮੈਂਟ ਆਉਣੀ ਤੇ ਪੈਟਰਿਕ ਬਰਾਊਨ ਵੱਲੋਂ ਕਹਿਣਾ ਵੀ ਇਹ ਸਰਾਸਰ ਧੱਕਾ ਆ, ਸਰਾਸਰ ਧੋਖਾ ਆ। ਅਸੀਂ ਕੋਸ਼ਿਸ਼ ਕਰਾਂਗੇ ਕਿ ਪੈਟਰਿਕ ਬਰਾਊਨ ਹੋਣਾ ਦੇ ਨਾਲ ਵੀ ਕੱਲ੍ਹ ਨੂੰ ਗੱਲਬਾਤ ਕਰ ਸਕੀਏ, ਉਹਨਾਂ ਦਾ ਪੱਖ ਲੈ ਸਕੀਏ, ਉਹ ਦੱਸ ਸਕਣ ਕਿ ਇਹ ਸਾਰਾ ਕੁਝ ਜਿਹੜਾ ਹੋਇਆ ਇਹ ਕੀ ਆ ਤੇ ਅਗਲੀ ਸਟ੍ਰੈਟਜੀ ਕੀ ਆ ਤੇ ਇਹਦੇ ਵਿੱਚ ਜਿਹੜੀ ਕਿੰਨੇ ਕੁ ਲੋਕ ਜਿਹੜੇ ਆ ਉਹ ਸਾਹਮਣੇ ਆਉਂਦੇ। 11-6 ਦੇ ਨਾਲ ਕਹਿੰਦੇ VOTING ਹੋਈ ਸੀ ਤੇ ਆਰਗੇਨਾਈਜ਼ਡ ਕਮੇਟੀ ਦੀ, ਤੇ ਇਹਦੇ ਵਿੱਚ ਜਿਹੜੀ ਡਿਸਕੁਆਲੀਫਾਈ ਆ ਉਹਨਾਂ ਦੀ ਵੀ 11 ਦੇ ਵਿੱਚੋਂ 11 ਇੱਕ ਪਾਸੇ ਤੇ 6 ਜਣੇ ਕਹਿੰਦੇ ਸੀ ਵੀ ਨਹੀਂ ਸੀ, 11 ਜਣੇ ਕਹਿੰਦੇ ਵੀ ਨਹੀਂ ਇਹ ਗਲਤ ਆ, ਇਹਨਾਂ ਨੂੰ ਬਾਹਰ ਕੱਢਿਆ ਜਾਣਾ ਚਾਹੀਦਾ ਹੈ। ਕੈਂਪੇਨ ਦੇ ਨੰਬਰ ਬਹੁਤ ਸਾਰੇ ਆ। ਸੈਕੰਡ ਮੋਸਟ ਮੈਂਬਰਸ਼ਿਪ ਇਹਨਾਂ ਦੀ ਦੱਸਦੀ ਆ, ਨੀਅਰਲੀ 1.5 ਲੱਖ ਦੇ ਕਰੀਬ ਮੈਂਬਰਸ਼ਿਪ। ਹੁਣ ਇਹਦੇ ਤੋਂ ਬਾਅਦ ਕੌਣ ਪਾਰਟੀ ਦੇ ਵਿੱਚ ਅੱਗਿਓਂ ਜਿੱਤਦਾ ਆ, ਇਹ ਵੀ ਬਹੁਤ ਵੱਡਾ ਸਵਾਲ ਆ। ਪਰ ਅਜੇ ਇਸ ਖਬਰ ਨੇ ਸਿਆਸੀ ਹਲਕਿਆਂ ਦੇ ਵਿੱਚ ਪੂਰੇ ਕੈਨੇਡਾ ਦੇ ਵਿੱਚ ਜਿਹੜੀ ਹਲਚਲ ਮਚਾਈ ਰੱਖੀ ਆ। ਅਜੇ ਕੱਲ੍ਹ ਤੱਕ ਹੋਰ ਬਹੁਤ ਸਾਰੀਆਂ ਗੱਲਾਂ ਪੈਟਰਿਕ ਬਰਾਊਨ ਹੋਣਾ ਦੇ ਮਾਮਲੇ ਵਿੱਚ ਸਾਹਮਣੇ ਆਉਣਗੀਆਂ ਕਿ ਕੌਣ ਸੱਚਾ ਆ ਕੌਣ ਝੂਠਾ ਆ, ਤੇ ਇਹਦਾ ਕਿਉਂਕਿ ਅਸਰ ਕੈਨੇਡਾ ਦੇ ਵਿੱਚ ਆਉਣ ਵਾਲੀ ਇਲੈਕਸ਼ਨ ਦੇ ਉੱਤੇ ਬਹੁਤ ਪੈਣਾ। ਜੇ ਲੋਕ ਲਿਬਰਲ ਪਾਰਟੀ ਤੋਂ ਬਾਅਦ ਕੋਈ ਆਪਣੀ ਚੁਆਇਸ ਰੱਖਦੇ ਆ, ਮਤਲਬ ਜਿਹੜਾ ਬੰਦਾ ਵੀ ਇਹ ਇਲੈਕਸ਼ਨ ਜਿੱਤਦਾ, ਚਾਹੇ ਪੀਅਰ ਪੋਲੀਏਵਾ ਤੇ ਚਾਹੇ ਪੈਟਰਿਕ ਬਰਾਊਨ ਆ, ਮੰਨਿਆ ਜਾਊਗਾ ਵੀ ਉਹ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਬਣ ਸਕਦਾ। ਲਿਬਰਲ ਪਾਰਟੀ ਲਗਾਤਾਰ ਸੱਤਾ ਦੇ ਵਿੱਚ ਆ, ਮੈਜੋਰਟੀ ਉਹਨਾਂ ਨੂੰ ਮਿਲ ਨਹੀਂ ਰਹੀ, ਤੇ ਅਗਲੀ ਵਾਰੀ ਲੋਕ ਇਹ ਦੇਖਦੇ ਸੀ ਕਿ ਜੇ ਇੱਧਰਲੇ ਪਾਸੇ ਲੀਡਰਸ਼ਿਪ ਤਕੜੀ ਹੋ ਜਾਂਦੀ ਆ ਤਾਂ ਟੱਕਰ ਤਕੜੀ ਹੋ ਕੇ ਲੋਕ ਕੰਜ਼ਰਵੇਟਿਵ ਪਾਰਟੀ ਵੱਲ ਨੂੰ ਮੁੜ ਸਕਦੇ ਆ, ਕਿਉਂਕਿ ਜਸਟਿਨ ਟਰੂਡੋ ਤੋਂ ਪਹਿਲਾਂ ਵੀ ਕੰਜ਼ਰਵੇਟਿਵ ਪਾਰਟੀ ਸੱਤਾ ਦੇ ਵਿੱਚ ਸੀਗੀ। ਪਰ ਹੁਣ ਜਿਹੜੇ ਇਹਨਾਂ ਦੇ ਕੰਜ਼ਰਵੇਟਿਵ ਪਾਰਟੀ ਦੇ ਇਸ ਵੇਲੇ ਮੂਵ ਨੇ ਜੇ ਇਸ ਤਰ੍ਹਾਂ ਦੇ ਦੱਸਦੇ ਆ ਕਿ ਪਾਰਟੀ ਦੀ ਹਾਲਤ ਕੋਈ ਵਧੀਆ ਨਹੀਂ ਆ, ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਆਪਸ ਦੇ ਵਿੱਚ ਹੋਰ ਜ਼ਿਆਦਾ ਪਾਟ ਜਾਣ ਤੇ ਪਾਰਟੀ ਦਾ ਨੁਕਸਾਨ ਹੋਵੇ। ਗੈਸ ਦੀਆਂ ਕੀਮਤਾਂ ਆਪਾਂ ਲਗਾਤਾਰ ਗੱਲਬਾਤ ਕਰਦੇ ਰਹੇ ਹਾਂ, ਉੱਤੇ ਜਾਂਦੀਆਂ ਚਰਚਾ ਦੇ ਵਿੱਚ ਰਹੀਆਂ, ਤੇ ਹੁਣ ਦੱਸਦੇ ਆ ਕਿ ਇਸ ਵੇਲੇ ਬਹੁਤ ਸਾਰੇ ਲੋਕਾਂ ਦੇ ਲਈ ਇਹ ਸਮਾਂ ਹੈ ਕਿ ਮੈਟਰੋ ਵੈਨਕੂਵਰ ਤੇ ਇਹਦੇ ਆਲੇ ਦੁਆਲੇ ਇਲਾਕਿਆਂ ਦੇ ਵਿੱਚ ਗੈਸ ਥੋੜ੍ਹੀ ਜਿਹੀ ਸਸਤੀ ਹੋਣ ਦੀ ਆਸ ਨਜ਼ਰ ਆ ਰਹੀ ਹੈ। ਹਾਲਾਂਕਿ ਕੋਈ ਵੱਡੀ ਤਬਦੀਲੀ ਨਹੀਂ ਆਈ ਪਿੱਛੋਂ, ਨਾ ਹੀ ਕੋਈ ਬਹੁਤ ਵੱਡਾ ਕੋਈ ਸਪਲਾਈ ਵਧੀ ਆ, ਨਾ ਕੋਈ ਗੱਲਬਾਤ ਹੋਈ ਹੈ, ਪਰ ਆ ਗੈਸ ਦੀਆਂ ਕੀਮਤਾਂ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਘਟੀਆਂ ਆ, ਕੁਛ ਸੈਂਟ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਕੀਮਤਾਂ ਆ ਉਹ ਦੂਜੇ ਪਾਸੇ ਓਨਟਾਰੀਓ ਵਾਲੇ ਪਾਸੇ ਵੀ ਘਟੀਆਂ ਤੇ ਇੱਧਰ ਮੈਟਰੋ ਵੈਨਕੂਵਰ ਵਾਲੇ ਪਾਸੇ ਵੀ ਘਟੀਆਂ। ਓਨਟਾਰੀਓ ਦੇ ਵਿੱਚ ਜਿਹੜੀ 1.82 ਇੱਕ ਦਿਨ ਦੇ ਵਿੱਚ ਪ੍ਰੋਵਿੰਸ ਦੇ ਵਿੱਚ ਜਦੋਂ ਗੈਸ ਟੈਕਸ ਕੱਟ ਕੀਤਾ ਗਿਆ, ਉਹਦੇ ਤੋਂ ਬਾਅਦ ਦੱਸਦੇ ਆ ਗੈਸ ਬੜੀ ਦੇ ਉੱਤੇ ਜਿਹੜੇ ਡਾਟਾ ਸਾਰਾ ਦੇਖਿਆ ਜਾਂਦਾ ਆ, ਉਹ ਦੱਸਦੇ ਆ ਕਿ ਕੁਛ ਜਿਹੜੀਆਂ 1.25 ਜਿਹੜਾ 1.25 2 ਸਾਲ ਪਹਿਲਾਂ ਪੰਪਾਂ ਦੇ ਉੱਤੇ ਗੈਸ ਹੁੰਦੀ ਸੀ, ਇਸ ਵੇਲੇ ਵੱਧ ਚੁੱਕੀ ਆ। ਪਰ ਫਿਰ ਵੀ ਇਸ ਵੇਲੇ ਇਹ ਕੁਛ ਨਾ ਕੁਛ ਗੈਸ ਦੇ ਵਿੱਚ ਕਮੀ ਆ ਰਹੀ ਆ, ਖਾਸ ਕਰ ਓਨਟਾਰੀਓ ਦੇ ਵਿੱਚ ਟੈਕਸ ਤੋਂ ਬਾਅਦ। ਇੱਥੇ ਵੀ ਆਪਣੇ ਵੀ ਦੱਸਦੇ ਆ ਕਿ ਫਾਲ ਦੇ ਵਿੱਚ ਗੈਸ ਘਟਣੀ ਸ਼ੁਰੂ ਹੋ ਜਾਣੀ ਆ। ਕੈਨੇਡਾ ਡੇ ਦੇ ਉੱਤੇ ਵੀ ਕੁਛ ਥਾਵਾਂ ਦੇ ਉੱਤੇ ਕਾਫੀ ਗੈਸ ਜਿਹੜੀ ਮਤਲਬ ਇੰਨੀ ਤਾਂ ਨਹੀਂ ਪਰ ਪਹਿਲਾਂ ਨਾਲੋਂ ਘੱਟ ਦੱਸੀ ਜਾਈ ਆ, ਕਿਉਂਕਿ ਪਿਛਲੇ ਮਹੀਨਿਆਂ ਦੇ ਵਿੱਚ ਲਗਾਤਾਰ ਇਹ ਕੀਮਤਾਂ ਉੱਤੇ ਨੂੰ ਗਈਆਂ ਜਦੋਂ ਦਾ ਰਸ਼ੀਆ ਨੇ ਇਨਵੇਡ ਕੀਤਾ ਉੱਧਰ ਯੂਕਰੇਨ ਦੇ ਵਿੱਚ। ਤੇ ਮੈਟਰੋ ਵੈਨਕੂਵਰ ਦੇ ਡਰਾਈਵਰ ਜਿਹੜੇ ਕਿ ਸਭ ਤੋਂ ਜ਼ਿਆਦਾ ਇਸ ਵੇਲੇ ਟੈਕਸ ਤੇ ਫਿਊਲ ਟੈਕਸ ਇੱਥੇ ਦੇ ਰਹੇ ਆ ਪ੍ਰੋਵਿੰਸ ਦੇ ਵਿੱਚ, ਉੱਥੇ ਵੀ ਕੁਛ ਨਾ ਕੁਛ ਜਿਹੜਾ ਇਹਦੇ ਤੋਂ ਰਾਹਤ ਮਿਲੀ ਆ। ਇੱਕ ਟਾਈਮ ਦਾ ਰਿਬੇਟ ਵੀ ਦਿੱਤਾ ਗਿਆ ਜਿਹੜਾ ਕਿ ਹਜੇ ਤੱਕ ਸਾਰੇ ਲੋਕਾਂ ਦੇ ਕੋਲ ਪਹੁੰਚਿਆ ਨਹੀਂ ਆ। ਲੋਅਰ ਮੇਨਲੈਂਡ ਦੇ ਵਿੱਚ ਜਦੋਂ ਸਭ ਤੋਂ ਜ਼ਿਆਦਾ ਇਹ ਗੈਸ ਦੀ ਕੀਮਤ ਪੇ ਕਰਦੇ ਆ ਤਾਂ 10% ਜਿਹੜੀ ਆ ਦੱਸਦੇ ਆ ਕਿ ਇਸ ਹਫ਼ਤੇ ਦੇ ਆਖਰ ਤੱਕ ਗੈਸ ਸਸਤੀ ਹੋ ਜੂਗੀ। ਸੋ 10 ਸੈਂਟ ਵੀ ਬਹੁਤ ਆ, ਲੀਟਰ ਦੇ ਪਿੱਛੇ 10 ਸੈਂਟ ਇਸ ਹਫ਼ਤੇ ਦੇ ਆਖਰ ਤੱਕ ਗੈਸ ਸਸਤੀ ਹੋ ਜਾਵੇ ਤੇ ਅਗਲੇ ਫਾਲ ਦੇ ਵਿੱਚ ਦੱਸਦੇ ਆ ਕਿ ਹੋਰ ਜ਼ਿਆਦਾ ਜਿਹੜੀ ਇਹ ਜਿਹੜੀ ਥੱਲੇ ਨੂੰ ਕੀਮਤ ਜਾ ਸਕਦੀ ਆ। ਇਹਦੇ ਨਾਲ ਨਾਲ ਜਦੋਂ ਰਿਸੈਸ਼ਨ ਦੀ ਗੱਲਬਾਤ ਚੱਲ ਰਹੀ ਆ, ਜਦੋਂ ਬਹੁਤ ਵੱਡੀ ਇੱਕ ਤਸਵੀਰ ਦੇਖਦੇ ਆ ਤਾਂ ਉਹਦੇ ਵਿੱਚ ਦੱਸਦਾ ਦਿਸ ਰਿਹਾ ਆ ਕਿ ਕਾਰਨ ਭਾਵੇਂ ਹਜੇ ਸਮਝ ਨਹੀਂ ਆ ਰਿਹਾ, ਪਰ ਗੈਸ ਦੀਆਂ ਕੀਮਤਾਂ ਜਿਸ ਤਰੀਕੇ ਨਾਲ ਉੱਪਰ ਗਈਆਂ ਸੀ, ਇੱਕਦਮ ਡਿਮਾਂਡ ਵਧੀ ਸੀ। ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਟਰੋ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ, ਇੱਥੇ ਰਹਿਣ ਵਾਲੇ ਲੋਕਾਂ ਨੂੰ ਥੋੜ੍ਹੀ ਬਹੁਤੀ ਰਾਹਤ ਇਸ ਚੀਜ਼ ਤੋਂ ਮਿਲ ਸਕਦੀ ਆ। ਲੋਕ ਕਿਉਂਕਿ ਬਹੁਤ ਜ਼ਿਆਦਾ ਇਸ ਚੀਜ਼ ਤੋਂ ਅੱਕੇ ਆ ਇਸ ਵੇਲੇ ਗੈਸ ਦੀਆਂ ਵੱਧਦੀਆਂ ਕੀਮਤਾਂ ਤੋਂ, ਜਿਹੜਾ ਕਿ ਬਹੁਤੀ ਵਾਰ ਦੱਸਦੇ ਆ ਕਿ ਸਰਕਾਰਾਂ ਦੇ ਹੱਥ ਵਿੱਚ ਵੀ ਨਹੀਂ ਆ ਇਹ ਕੀਮਤਾਂ ਨੂੰ ਕੰਟਰੋਲ ਕਰਨਾ, ਫੈਕਟਰ ਇੰਨੇ ਸਾਰੇ ਨੇ। ਪਰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਹ ਗੈਸ ਦੀਆਂ ਕੀਮਤਾਂ ਦੇ ਵਿੱਚ ਥੋੜ੍ਹੀ ਬਹੁਤ ਕਮੀ ਆਊਗੀ। ਤੇ ਇੱਥੇ ਵੀ ਗੱਲ ਨੋਟ ਕਰਨ ਵਾਲੀ ਹੈ ਕਿ $110 ਦਾ ICBC ਦਾ ਗੈਸ ਰਿਬੇਟ ਚੈੱਕ ਜਿਹੜਾ ਕਿ ਪਬਲਿਕ ਇੰਸ਼ੋਰਰ ਆ ICBC, ਉਹਨਾਂ ਨੇ ਦੱਸਿਆ ਸੀ ਕਿ 3.5 ਮਿਲੀਅਨ ਚੈੱਕਸ ਜਿਹੜੇ ਆ ਬਾਹਰ ਜਾ ਚੁੱਕੇ ਆ ਇਸ ਵੇਲੇ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਦੀ ਜੇਬ ਦੇ ਵਿੱਚ ਪੈਣ ਦੇ ਲਈ। ਇਸ ਮਹੀਨੇ ਦੇ ਆਖਰ ਤੱਕ ਇੰਨੇ ਚੈੱਕ ਵੰਡ ਦਿੱਤੇ ਜਾਣਗੇ
ਜਿਹਦੇ ਨਾਲ ਜੇਕਰ ਗੈਸ ਦੀਆਂ 10% ਕੀਮਤਾਂ ਘਟ ਜਾਂਦੀਆਂ ਤੇ ਦੂਜੇ ਪਾਸੇ ਚੈੱਕ $110 ਦਾ ਲੋਕਾਂ ਦੇ ਹੱਥ ਦੇ ਵਿੱਚ ਆ ਜਾਂਦਾ ਤਾਂ ਗੈਸ ਦੇ ਬੋਝ ਤੋਂ ਕੁਛ ਨਾ ਕੁਛ ਰਾਹਤ ਲੋਕਾਂ ਨੂੰ ਮਿਲਣ ਦੀ ਆਸ ਦੱਸੀ ਜਾ ਰਹੀ ਹੈ। ਸਰੀ ਇਲੈਕਸ਼ਨ ਸਿਵਿਕ ਇਲੈਕਸ਼ਨ ਚਰਚਾ ਦੇ ਵਿੱਚ ਆ। ਸ਼ੁਰੂ ਦੇ ਵਿੱਚ ਚਰਚਾ ਬਹੁਤ ਚੱਲੀ ਸੀ, ਫਿਰ ਗੱਲਬਾਤ ਥੋੜ੍ਹੀ ਜਿਹੀ ਠੰਡੀ ਪੈ ਗਈ ਤੇ ਹੁਣ ਫਿਰ ਚਰਚਾ ਕਿਤੇ ਨਾ ਕਿਤੇ ਛਿੜ ਜਾਂਦੀ ਆ। 4-5 ਸਲੇਟਾਂ ਸਾਡੇ ਸਾਹਮਣੇ ਸੰਭਾਵਨਾ ਲੱਗ ਰਹੀ ਹੈ ਕਿ ਜਿਹੜੀਆਂ ਬਣਨੀਆਂ ਉਹਨਾਂ ਦੇ ਵਿੱਚ ਮੁਕਾਬਲਾ ਹੋਣਾ। ਮੁੱਦੇ ਕਿਹੜੇ ਹੋਣੇ ਇਹਨਾਂ ਦਾ ਹਜੇ ਤੱਕ ਪਤਾ ਨਹੀਂ, ਪਰ ਇੱਕ ਮੁੱਦਾ ਪਿਛਲੀ ਇਲੈਕਸ਼ਨ ਦੇ ਵਿੱਚ ਬਹੁਤ ਚੱਲਿਆ ਸੀ, ਉਹ ਸੀ ਸਰੀ ਦੀ ਲੋਕਲ ਸਿਟੀ ਦੀ ਲੋਕਲ ਪੁਲਿਸ ਦੇ ਲਈ ਕਿ ਪੁਲਿਸ ਬਣਨੀ ਚਾਹੀਦੀ ਹੈ। ਮੇਅਰ ਡੱਗ ਮਕੱਲਮ ਨੇ ਇਸ ਮੁੱਦੇ ਦੇ ਉੱਤੇ ਇਲੈਕਸ਼ਨ ਲੜੀ ਸੀ ਤੇ ਬਾਅਦ ਦੇ ਵਿੱਚ ਉਹਨਾਂ ਨੇ ਆਪਣਾ ਵਾਅਦਾ ਪੂਰਾ ਕੀਤਾ। ਹੁਣ ਇਹ ਉਸ ਵੇਲੇ ਜਿਹੜੀ ਉਸ ਵੇਲੇ ਦੀ ਵਿਰੋਧੀ ਧਿਰ ਸੀਗੀ ਦੂਜੀ ਸਲੇਟ, ਉਸ ਵੇਲੇ ਕਹਿ ਰਹੇ ਸੀ ਕਿ ਇਹਦੇ ਥੋੜ੍ਹਾ ਜਿਹਾ ਗੱਲ ਉਸ ਤਰੀਕੇ ਦੇ ਨਾਲ ਸਹਿਮਤ ਨਹੀਂ ਸੀ। ਤਾਂ ਹੁਣ ਇਸ ਵੇਲੇ ਦੱਸਦੇ ਆ ਕਿ ਬ੍ਰੈਂਡਾ ਲੌਕ ਜਿਹੜੇ ਇੱਕ ਆਪਣੇ ਵੱਲੋਂ ਇਲੈਕਸ਼ਨ ਲੜ ਰਹੇ ਆ, ਉਹਨਾਂ ਨੇ ਐਲਾਨ ਕੀਤਾ ਆ ਵੀ ਜੇ ਉਹ ਚੁਣੇ ਜਾਂਦੇ ਆ ਮੇਅਰ ਤਾਂ ਉਹ ਇਸ ਸਰੀ ਪੁਲਿਸ ਦੀ ਟਰਾਂਜੀਸ਼ਨ ਨੂੰ ਰੋਕ ਦੇਣਗੇ। ਬਹੁਤੇ ਲੋਕ ਸਰੀ ਪੁਲਿਸ ਦੇ ਹੱਕ ਵਿੱਚ ਵੀ ਨਹੀਂ ਆ। ਇੱਕ ਧਿਰ ਇਹ ਕਹਿੰਦੀ ਆ ਕਿ ਇਹ ਟਰਾਂਜੀਸ਼ਨ ਦੇ ਵਿੱਚ ਫੇਅਰ ਪ੍ਰੋਸੈਸ ਨਹੀਂ ਆ, ਜਿੰਨੇ ਕੁ ਜਿਹੜਾ ਲੋਕਾਂ ਦਾ ਪੈਸਾ ਕਿੰਨਾ ਕੁ ਇਨਵੋਲਵ ਸੀਗਾ, ਕਿੰਨਾ ਕੁ ਪ੍ਰੋਸੈਸ ਸੀ, ਕੀ ਸਾਰਾ ਕੁਛ ਸੀ ਵੀ ਉਹ ਟਰਾਂਸਪੇਰੈਂਟ ਨਹੀਂ ਆ। ਇਹਦੇ ਬਾਰੇ ਦੁਬਾਰਾ ਸੋਚਿਆ ਜਾਣਾ ਚਾਹੀਦਾ। ਪਰ ਹੁਣ ਗੱਲ ਇੰਨੀ ਦੂਰ ਜਾ ਚੁੱਕੀ ਆ ਵੀ ਇਹ ਵਾਪਸ ਨਹੀਂ ਆ ਸਕਦੀ। ਇਸ ਵੇਲੇ ਕਾਫੀ ਲੇਟ ਹੋ ਚੁੱਕੇ ਆ। ਜਿਹੜੇ ਸਰੀ ਪੁਲਿਸ ਸਰਵਿਸਿਜ਼ ਦੇ ਚੀਫ ਨੇ ਉਹ ਵੀ ਇਹ ਗੱਲ ਕਹਿ ਰਹੇ ਆ ਕਿ ਇਸ ਵੇਲੇ ਇਸ ਕੰਮ ਦੇ ਵਿੱਚ ਬਹੁਤ ਦੇਰੀ ਹੋ ਚੁੱਕੀ ਆ। ਪਰ ਬ੍ਰੈਂਡਾ ਲੌਕ ਕਹਿ ਰਹੇ ਆ ਕਿ ਨਹੀਂ, ਅਸੀਂ ਇਹਨੂੰ ਜਦੋਂ ਅਸੀਂ ਸੱਤਾ ਦੇ ਵਿੱਚ ਆਉਂਦੇ ਆ ਤਾਂ ਅਸੀਂ ਇਹਨੂੰ ਬੰਦ ਕਰਾਂਗੇ। ਬ੍ਰੈਂਡਾ ਲੌਕ ਵੀ ਪੁਰਾਣੇ ਸਿਆਸਤਦਾਨ ਨੇ। 2001 ਤੋਂ 5 ਤੱਕ ਉਹ ਰਹੇ ਨੇ MLA ਰਹੇ ਨੇ ਸਰੀ ਗ੍ਰੀਨ ਟਿੰਬਰ ਤੋਂ। 5 ਦੇ ਵਿੱਚ ਫਿਰ ਹਾਰ ਗਏ ਸੀ ਜਦੋਂ ਸ਼ੂਹ ਹੰਮਲ ਇੱਥੋਂ NDP ਦੇ ਜਿਹੜੇ MLA ਬਣਦੇ ਆ। ਉਹਦੇ ਤੋਂ ਬਾਅਦ 2006 ਦੇ ਵਿੱਚ ਕੰਜ਼ਰਵੇਟਿਵ ਪਾਰਟੀ ਨੀਨਾ ਗਰੇਵਾਲ ਜਿਹੜੇ ਆ ਉਹ ਜਿੱਤਦੇ ਆ, ਫਿਰ ਇਹ ਦੂਜੇ ਨੰਬਰ 'ਤੇ ਰਹਿ ਗਏ ਸੀ। ਫਿਰ 8 ਦੇ ਵਿੱਚ ਨੀਨਾ ਗਰੇਵਾਲ ਜਿੱਤਦੇ ਆ। 17 ਦੇ ਵਿੱਚ ਫਿਰ ਇਹਨਾਂ ਨੇ ਬ੍ਰੈਂਡਾ ਲੌਕ ਨੇ ਇੱਥੋਂ ਇਲੈਕਸ਼ਨ ਲੜੀ ਸੀ। ਜਦੋਂ ਰਚਨਾ ਸਿੰਘ ਇੱਥੋਂ MLA ਬਣਦੇ ਆ ਤਾਂ ਫਿਰ ਦੂਜੇ ਨੰਬਰ ਦੇ ਉੱਤੇ ਰਹਿ ਗਏ ਸੀ। ਸੋ ਇਸ ਵੇਲੇ ਕੌਂਸਲਰ ਨੇ, ਕੈਂਡੀਡੇਟ ਨੇ ਮੇਅਰ ਦੇ ਅਹੁਦੇ ਦੇ ਲਈ, ਤੇ ਉਹ ਕਹਿੰਦੇ ਵੀ ਪਹਿਲਾ ਕੰਮ ਇਹੀ ਕਰਨਾ ਜੇ ਆ ਗਿਆ ਵੀ ਇਹ ਜਿਹੜੀ ਪੁਲਿਸ ਵਾਲਾ ਕੰਮ ਆ ਇਹ ਬੰਦ ਕਰਨਾ। ਉਹ ਕਹਿੰਦੇ ਅਸੀਂ ਅਫੋਰਡ ਹੀ ਨਹੀਂ ਕਰ ਸਕਦੇ ਹੋਰ ਮਨੀ ਵੇਸਟ ਕਰਨੀ ਇੱਕ ਫੇਲਡ ਐਕਸਪੈਰੀਮੈਂਟ ਦੇ ਉੱਤੇ, ਕਿ ਇਹ ਨਹੀਂ ਅਸੀਂ ਅਫੋਰਡ ਕਰ ਸਕਦੇ। ਸਿਟੀ ਕੌਂਸਲ ਬ੍ਰੈਂਡਾ ਲੌਕ ਨੇ ਗੱਲਬਾਤ ਕਹੀ ਆ। ਅਕਤੂਬਰ ਦੇ ਵਿੱਚ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਮੇਅਰ ਦੇ ਉਮੀਦਵਾਰ ਨੇ ਤੇ ਪਤਾ ਨਹੀਂ ਗੱਲਬਾਤ ਕਿੱਧਰ ਨੂੰ ਜਾਣੀ ਆ। ਤੇ ਜੇ ਉਹ ਇਹਦੇ ਮੇਅਰ ਦੇ ਉਮੀਦਵਾਰ ਬਣ ਜਾਂਦੇ, ਜਿਹੜੇ ਮੇਅਰ ਜੇ ਉਹ ਬਣ ਜਾਂਦੇ ਆ ਤਾਂ ਇਹਦਾ ਮਤਲਬ ਸਿੱਧੇ ਆ ਕਿ ਸਾਰੀ ਪੁਲਿਸ ਬੋਰਡ ਦੀ ਚੇਅਰ ਵੀ ਉਹ ਆਪਣੇ ਆਪ ਬਣ ਜਾਣਗੇ। ਉਹ ਕਹਿੰਦੇ ਜਿੰਨਾ ਪੈਸਾ ਇਸ ਵੇਲੇ ਲਾਇਆ ਜਾ ਚੁੱਕਾ ਸਾਰੀ ਪੁਲਿਸ ਸਰਵਿਸ ਦੇ ਉੱਤੇ, ਪਰ ਉਹ ਕਹਿੰਦੇ ਫਿਰ ਵੀ ਅਸੀਂ ਜਿਹੜਾ ਦੇਖਦੇ ਹਾਂ ਕਿ ਇਹਦਾ ਫਾਈਨੈਂਸ਼ੀਅਲ ਇੰਪੈਕਟ ਭਾਵੇਂ ਪੈਣਾ ਆ ਸਰੀ ਦੇ ਲੋਕਾਂ ਦੇ ਉੱਤੇ, ਪਰ ਅਸੀਂ ਇਹਨੂੰ ਰੋਕ ਦਿਆਂਗੇ। ਸਰੀ ਪੁਲਿਸ ਸਰਵਿਸ ਦੇ ਚੀਫ ਨੇ ਨੋਮ ਲਿਪਿੰਸਕੀ, ਉਹ ਇਹਦੇ ਨਾਲ ਅਸਹਿਮਤ ਨੇ। ਉਹ ਕਹਿੰਦੇ ਵੀ ਇਹ ਗੱਲ ਠੀਕ ਨਹੀਂ ਹੈ। ਇਸ ਵੇਲੇ ਕੋਈ ਪੁਆਇੰਟ ਹੀ ਨਹੀਂ ਹੈ ਟਰਨ ਬੈਕ ਹੋਣ ਦਾ, ਵੀ ਸਵਾਲ ਹੀ ਨਹੀਂ ਪੈਦਾ ਹੁੰਦਾ ਸੀ ਪਿੱਛੇ ਨੂੰ ਮੁੜ ਜਾਈਏ। ਉਹ ਕਹਿੰਦੇ ਵੀ ਇਹ ਬਹੁਤ ਜ਼ਿਆਦਾ ਗੱਲ ਅੱਗੇ ਲੰਘ ਚੁੱਕੀ ਆ, ਹੁਣ ਇਹਨੂੰ ਪਿੱਛੇ ਜਾਣਾ ਬਹੁਤ ਮੁਸ਼ਕਿਲ ਆ। 120 ਆਫਿਸਰ ਸਰੀ ਪੁਲਿਸ ਸਰਵਿਸ 'ਤੇ ਕੰਮ ਕਰ ਰਹੇ RCMP ਦੇ ਨਾਲ ਇਸ ਮਹੀਨੇ ਤੋਂ। ਤੇ ਉਹ ਕਹਿੰਦੇ ਮੰਨ ਲਓ ਇਹਨਾਂ ਦੀ ਗੱਲ ਨੂੰ ਮੰਨ ਵੀ ਲਿਆ ਜਾਵੇ, ਜੇ ਆਪਾਂ ਵੀ ਇਸ ਗੱਲ ਨੂੰ ਮੰਨ ਕੇ ਚੱਲਦੇ ਹਾਂ ਤਾਂ ਜਿਹੜੇ ਲੋਕ ਰੱਖੇ ਗਏ ਉਹਨਾਂ ਦੇ ਵੇਜਸ ਦਾ ਕੀ ਬਣੂਗਾ, ਉਹਨਾਂ ਦੇ ਉਹਨਾਂ ਦੀਆਂ ਨੌਕਰੀਆਂ ਦਾ ਕੀ ਬਣੂਗਾ। ਉੱਥੇ ਯੂਨੀਅਨ ਆ, ਮਿਲੀਅਨਸ ਆਫ ਡਾਲਰਸ ਜਿਹੜਾ IT ਇਨਫਰਾਸਟਰਕਚਰ ਦੇ ਵਿੱਚ ਇਨਵੈਸਟ ਕੀਤਾ ਜਾ ਸਕਦਾ, ਵੀ ਇਹਦਾ ਬਣੂਗਾ ਕੀ। ਹੁਣ ਇਹ ਇੱਕ ਬਹੁਤ ਵੱਡਾ ਸਵਾਲ ਆ ਕਿ ਪਹਿਲਾਂ ਜਦੋਂ ਇਹ ਰੌਲਾ ਗੋਲਾ ਪਿਛਲੀ ਇਲੈਕਸ਼ਨ ਦੇ ਵਿੱਚ ਵੀ ਪਿਆ ਸੀ, ਇੱਕ ਮੁੱਦਾ ਬਣਿਆ, ਮੁੱਦੇ ਦੇ ਉੱਤੇ ਰਾਜਨੀਤੀ ਹੋਈ, ਸਹੀ ਕੀ ਆ ਗਲਤ ਕੀ ਆ। ਪਰ ਮੇਅਰ ਡੱਗ ਮਕੱਲਮ ਇਸ ਸਰੀ ਪੁਲਿਸ ਦੇ ਹੱਕ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜੇ ਮੈਨੂੰ ਤੁਸੀਂ ਮੇਅਰ ਬਣਾ ਦੋਗੇ ਤਾਂ ਮੈਂ ਇਹ ਸਰੀ ਪੁਲਿਸ ਲੈ ਕੇ ਆਊਂਗਾ। ਉਹ ਮੇਅਰ ਬਣੇ, ਉਹਨਾਂ ਨੇ ਸਰੀ ਪੁਲਿਸ ਨੂੰ ਲੈ ਕੇ ਆਂਦਾ। ਸਾਰਾ ਕੁਝ ਉਸੇ ਤਰ੍ਹਾਂ ਚੱਲਿਆ, ਪਰ ਸਾਰੇ ਕੁਝ ਦੇ ਚੱਲਦੇ ਵਿੱਚ ਵਿਚਾਲੇ ਕਿਤੇ ਨਾ ਕਿਤੇ ਗੱਲਬਾਤ ਚੱਲਦੀ ਰਹੀ ਕਿ ਨਹੀਂ ਜੀ ਇਹ ਬੰਦ ਕਰ ਦੇਣੀ ਚਾਹੀਦੀ ਆ, ਇਹ ਕਰ ਦਿੱਤੀ ਜਾਣੀ ਚਾਹੀਦੀ। ਪਰ ਹੁਣ ਜਦੋਂ ਸਾਰਾ ਕੁਝ ਇੱਕ ਸਿਰੇ ਦੇ ਉੱਤੇ ਲੱਗ ਚੁੱਕਿਆ, ਉਹਦੇ ਤੋਂ ਬਾਅਦ ਵੀ ਜਦੋਂ ਕੁਝ ਇਸ ਤਰ੍ਹਾਂ ਦੇ ਬਿਆਨ ਆਉਂਦੇ ਆ ਤਾਂ ਇਹ ਸੱਚਮੁੱਚ ਹੈਰਾਨੀ ਵਾਲੇ ਨੇ। ਲੋਕ ਇਸ ਗੱਲ ਨੂੰ ਲੈ ਕੇ ਥੋੜ੍ਹੇ ਜਿਹੇ ਸੰਕਟ ਦੇ ਵਿੱਚ ਨੇ ਕਿ ਕੀ ਸੱਚਮੁੱਚ ਇਸ ਵੇਲੇ ਵੀ ਇਹ ਸਟੈਪ ਬੈਕ ਕੀਤਾ ਜਾ ਸਕਦਾ ਆ। ਸਰਕਾਰਾਂ ਬਦਲਦੀਆਂ, ਪਹਿਲੇ ਪ੍ਰੋਜੈਕਟ ਬਦਲ ਦਿੱਤੇ ਜਾਂਦੇ ਆ, ਤੇ ਜੇ ਇਹ ਸੱਚਮੁੱਚ ਇਸੇ ਤਰ੍ਹਾਂ ਦੀ ਗੱਲ ਹੋਊਗੀ ਵੀ ਬ੍ਰੈਂਡਾ ਲੌਕ ਮੇਅਰ ਬਣ ਗਿਆ ਤੇ ਉਹਨਾਂ ਨੇ ਸਾਰਾ ਕੁਝ ਨੂੰ ਪੁੱਠਾ ਗੇੜਾ ਦੇ ਦਿੱਤਾ, ਤੇ ਫਿਰ ਇਹਨਾਂ ਦੀਆਂ ਨੌਕਰੀਆਂ ਦਾ ਕੀ ਬਣੂਗਾ, ਯੂਨੀਅਨ ਇਹਦੇ ਵਿੱਚ ਕੀ ਕਰੂਗੀ, ਕੀ ਇਹ ਕਾਨੂੰਨੀ ਤੌਰ 'ਤੇ ਸੰਭਵ ਆ ਜਾਂ ਸਿਰਫ ਇੱਕ ਰਾਜਨੀਤਿਕ ਨਾਅਰਾ ਆ। ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲਬਾਤ ਵੀ ਹੋਰ ਸਪਸ਼ਟ ਹੋ ਸਕੇਗੀ। ਕੈਨੇਡਾ ਦੇ ਵਿੱਚ ਜਿਹੜੀ ਵੀ ਕੋਈ ਜੋਬ ਆ ਉਹਦੇ ਕੁਛ ਐਥਿਕਸ ਨੇ, ਉਹਦੇ ਕੁਛ ਕੰਮਕਾਰ ਨੇ, ਉਹਦੇ ਕੁਛ ਨਿਯਮ ਨੇ ਜਿਨ੍ਹਾਂ ਦੇ ਤਹਿਤ ਮੰਗ ਕੀਤੀ ਜਾਂਦੀ ਆ ਕਿ ਉਹ ਵਿਅਕਤੀ ਉਸੇ ਤਰ੍ਹਾਂ ਕੰਮ ਕਰੇ।
ਫਿਜ਼ੀਸ਼ੀਅਨ ਜਿਹੜੇ ਨੇ ਉਹਨਾਂ ਦਾ ਇੱਕ ਬਹੁਤ ਪਵਿੱਤਰ ਪੇਸ਼ਾ ਆ ਤੇ ਡਾਕਟਰਾਂ ਤੋਂ ਆਸ ਕੀਤੀ ਜਾਂਦੀ ਆ ਕਿ ਉਹ ਜਿਹੜਾ ਵੀ ਉਹਨਾਂ ਨੂੰ ਕੋਡ ਆਫ ਕੰਡਕਟ ਦਿੱਤਾ ਜਾਂਦਾ ਉਹਦੇ ਤਹਿਤ ਕੰਮ ਕਰਨ। ਵਿਨੀਪੈਗ ਦੇ ਵਿੱਚ ਇੱਕ ਡਾਕਟਰ ਨੂੰ ਮਤਲਬ ਗਿਲਟੀ ਇਸ ਮਾਮਲੇ ਦੇ ਵਿੱਚ ਪਾਇਆ ਗਿਆ, ਕਈ ਮਿਸਕੰਡਕਟ ਉਹਨੇ ਕੀਤੇ ਆ। ਜਿਹੜਾ ਪ੍ਰੋਫੈਸ਼ਨਲ ਬਾਉਂਡਰੀਜ਼ ਕਿੱਥੇ ਤੱਕ ਹੁੰਦੀਆਂ, ਖਾਸ ਕਰ ਫੀਮੇਲ ਪੇਸ਼ੈਂਟਸ ਦੇ ਨਾਲ, ਔਰਤਾਂ ਦੇ ਨਾਲ, ਉਹ ਕਹਿੰਦੇ ਉਹਨੂੰ ਪਤਾ ਨਹੀਂ ਲੱਗੀਆਂ। ਇੱਕ ਜਿਹੜੀ ਮਤਲਬ ਉਹਨੇ ਤੋੜਿਆ ਆ। ਡਿਸੀਜਨ 2 ਜੂਨ ਦਾ ਇਹ ਪਾਇਆ ਗਿਆ ਹੈ। ਕਾਲਜ ਆਫ ਫਿਜ਼ੀਸ਼ੀਅਨ ਤੇ ਸਰਜਨ ਆਫ ਮੈਨੀਟੋਬਾ ਦੀ ਵੈਬਸਾਈਟ ਦੇ ਉੱਤੇ CPSM ਪੈਨਲ ਦੇ ਵਿੱਚ ਦੱਸਿਆ ਗਿਆ ਕਿ ਡਾਕਟਰ ਸ਼ੈਮੂਨ ਹਾਸ਼ਮ ਜਿਹੜਾ ਆ ਉਹਨੂੰ ਕੱਢ ਦਿੱਤਾ ਗਿਆ ਉਹਦੇ ਕੁਝ ਕਾਰਨਾਂ ਕਰਕੇ ਕਿ ਉਹਦਾ ਜਿਹੜਾ ਕੰਡਕਟ ਸੀ ਉਹ ਕੁਝ ਫੀਮੇਲ ਪੇਸ਼ੈਂਟ ਦੇ ਨਾਲ ਠੀਕ ਨਹੀਂ ਸੀ ਤੇ ਜਿਹੜੀ ਮੈਡੀਕਲ ਕੇਅਰ ਉਹਨੇ ਪੈਡੀਆਟ੍ਰਿਕ ਪੇਸ਼ੈਂਟਸ ਨੂੰ ਦੇ ਦਿੱਤੀ ਆ, ਜਿਹਦੇ ਲਈ ਕਿ ਉਹ ਅਲਾਉਡ ਨਹੀਂ ਸੀ, ਉਹਨੂੰ ਆਗਿਆ ਨਹੀਂ ਦਿੱਤੀ ਗਈ। ਜਿਹੜਾ ਪ੍ਰੋਫੈਸ਼ਨਲ ਬਾਉਂਡਰੀਜ਼ ਆ ਫੀਮੇਲਸ ਦੇ ਨਾਲ ਮੇਨਟੇਨ ਕਰਨ ਦੇ ਵਿੱਚ ਉਹ ਫੇਲ ਹੋਇਆ ਆ। ਇਹ ਸਾਰੇ ਕੁਝ ਕਰਕੇ ਰੈਗੂਲੇਟਰੀ ਬਾਡੀ ਨੇ ਫੈਸਲਾ ਲਿਆ ਤੇ ਉਹਨੂੰ ਕੱਢ ਦਿੱਤਾ ਗਿਆ। 6 ਮਹੀਨੇ ਦੇ ਪੀਰੀਅਡ ਦੇ ਵਿੱਚ 2021 ਦੇ ਵਿੱਚ ਉਹਨੂੰ ਗਿਲਟੀ ਇਸ ਮਾਮਲੇ ਦੇ ਵਿੱਚ ਪਾਇਆ ਗਿਆ, ਪਹਿਲੇ 3 ਕਾਊਂਟਸ ਦੇ ਲਈ। ਸੋ ਜਿੱਥੇ ਜੇ ਕੋਈ ਵੀ ਇਹੋ ਜਿਹੀ ਗੱਲਬਾਤ, ਚਾਹੇ ਉਹ ਡਾਕਟਰ ਹੀ ਕਿਉਂ ਨਾ ਹੋਵੇ, ਫਿਜ਼ੀਸ਼ੀਅਨ ਇਹੋ ਜਿਹੀ ਕਰਦਾ ਆ, ਤਾਂ ਕੈਨੇਡਾ ਦੇ ਵਿੱਚ ਜਿਹੜੀ ਬਾਡੀ ਆ ਜਾਂ ਇਹ ਸਾਰੇ ਪ੍ਰੋਵਿੰਸ ਦੀ ਜਿਹੜੀ ਬਾਡੀ ਆ ਉਹ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਉਹਦੇ ਉੱਤੇ ਦੇਖ ਰਹੀ ਹੈ, ਉਹ ਕਾਰਵਾਈ ਕਰਦੀ ਹੈ ਤੇ ਇਹਨਾਂ ਦਾ ਲਾਇਸੈਂਸ ਕੈਂਸਲ ਕਰ ਦਿੰਦੀ ਹੈ, ਇਹਨਾਂ ਨੂੰ ਪ੍ਰੈਕਟਿਸ ਕਰਨ ਦੀ ਆਗਿਆ ਨਹੀਂ ਦਿੰਦੀ। ਉਹੀ ਕੁਛ ਇਹਦੇ ਵਿੱਚ ਹੋਇਆ ਹੈ ਤੇ 4 ਸਾਲਾਂ ਦੇ ਵਿੱਚ $40,000 ਤੋਂ ਜ਼ਿਆਦਾ ਵੀ ਉਹਨੂੰ ਪੇ ਕਰਨ ਦੇ ਲਈ ਕਿਹਾ ਗਿਆ ਆ ਕਿ ਜਿਹੜਾ ਉਹਦੀ ਕੁਛ ਜਿਹੜੀਆਂ ਫੀਸ ਸੀ ਉਹ ਗਲਤ ਸੀਗੀਆਂ। ਸੋ ਦੂਜੀ ਵਾਰੀ ਕਹਿੰਦੇ ਇਸ ਡਾਕਟਰ ਦੇ ਖਿਲਾਫ ਐਕਸ਼ਨ ਲਿਆ। ਗਲਤੀਆਂ ਇਹ ਪਹਿਲਾਂ ਤੋਂ ਹੀ ਕਰਦਾ ਰਿਹਾ। 2018 ਦੇ ਵਿੱਚ ਵੀ ਇਹਦਾ ਲਾਇਸੈਂਸ ਟੈਂਪਰੇਰੀਲੀ ਸਸਪੈਂਡ ਕਰ ਦਿੱਤਾ ਸੀ ਕਿਉਂਕਿ ਇੱਕ ਟੀਨ ਪੇਸ਼ੈਂਟਸ ਦੇ ਨਾਲ ਇਹਦੇ ਰਿਲੇਸ਼ਨ ਸੀਗੇ। ਟੈਕਸਟ ਮੈਸੇਜ ਤੇ ਕਈ ਕੁਛ ਉਹਨੂੰ ਕੀਤਾ ਇਸ ਡਾਕਟਰ ਨੇ। ਸੋ ਜਿਹੜਾ ਕਿ ਨਿਯਮਾਂ ਦੇ ਤਹਿਤ ਕਿਸੇ ਵੀ ਆਪਣੇ ਪੇਸ਼ੈਂਟ ਦੇ ਨਾਲ ਕੋਈ ਡਾਕਟਰ ਇਸ ਕਿਸਮ ਦੇ ਸੰਬੰਧ ਨਹੀਂ ਰੱਖ ਸਕਦਾ। ਇਹਦੇ ਤਹਿਤ ਜਿਹੜੀ ਅਥਾਰਟੀਜ਼ ਨੇ ਉਹਨਾਂ ਨੇ ਇੱਕ ਵੱਡਾ ਐਕਸ਼ਨ ਲਿਆ ਔਰ ਅਖਬਾਰਾਂ ਦੇ ਵਿੱਚ ਅੱਜ ਖਬਰ ਬਣੀ ਹੈ ਕਿ ਕਈ ਵਾਰੀ ਇਹਨੇ ਸਖਤ ਐਕਸ਼ਨ ਵੀ ਇਹ ਲੈ ਲੈਂਦੇ ਆ ਕਿ ਜਿੱਥੇ ਕਿਤੇ ਵੀ ਗਲਤੀ ਹੋਵੇ ਤਾਂ ਕੋਈ ਡਾਕਟਰ ਹੋਵੇ ਉਹਦਾ ਲਾਇਸੈਂਸ ਵੀ ਕੈਂਸਲ ਕੀਤਾ ਜਾ ਸਕਦਾ। ਜਿਸ ਤਰ੍ਹਾਂ ਇਸ ਕੇਸ ਦੇ ਵਿੱਚ 2 ਸਾਲ ਦੇ ਲਈ ਉਹਦਾ ਲਾਇਸੈਂਸ ਕੈਂਸਲ ਕਰ ਦਿੱਤਾ ਗਿਆ, ਜਿਹਦੇ ਵਿੱਚ ਕਿ ਆਪਣੇ ਮਰੀਜ਼ਾਂ ਦੇ ਨਾਲ ਗਲਤ ਸੰਬੰਧ ਤੇ ਆਪਣੀ ਹੱਦ ਕਿੱਥੇ ਤੱਕ ਉਹਨੇ ਰੱਖਣੀ ਸੀ ਉਸ ਹੱਦ ਤੋਂ ਉਹ ਬਾਹਰ ਜਾ ਕੇ ਇਸ ਮਾਮਲੇ ਦੇ ਵਿੱਚ ਸ਼ਾਮਲ ਹੋਇਆ। ਵੈਕਸੀਨ ਦੇ ਮਾਮਲੇ ਵਿੱਚ ਬਹੁਤ ਚਰਚਾ ਚੱਲੀ ਸੀ ਜਦੋਂ ਵੈਕਸੀਨ ਆਉਣੀ ਸੀ ਕਿ ਵੈਕਸੀਨ ਕਦੋਂ ਆਊਗੀ, ਫਿਰ ਵੈਕਸੀਨ ਆ ਗਈ, ਫਿਰ ਵੈਕਸੀਨ ਬਾਰੇ ਬਹੁਤ ਸਾਰੇ ਸਵਾਲ ਪੈਦਾ ਹੋਣ ਲੱਗ ਪਏ। ਕੈਨੇਡਾ ਵਰਗੇ ਦੇਸ਼ ਦੇ ਵਿੱਚ ਹੁਣ ਵੀ ਬਹੁਤ ਸਾਰੇ ਲੋਕਾਂ ਨੂੰ, ਮੈਜੋਰਿਟੀ ਨੂੰ ਵੈਕਸੀਨ ਲੱਗ ਚੁੱਕੀ ਹੈ, ਸਾਰੇ ਸੇਫ ਨੇ। ਪਰ ਅਜੇ ਵੀ ਦੁਨੀਆ ਦੇ ਬਹੁਤ ਸਾਰੇ ਦੇਸ਼ ਇਹੋ ਜਿਹੇ ਨੇ ਜਿੱਥੇ ਵੈਕਸੀਨ ਲੱਗੀ ਨਹੀਂ, ਪਹੁੰਚੀ ਨਹੀਂ, ਪੂਰੀ ਵੈਕਸੀਨ ਨਹੀਂ ਹੋਈ। ਗਰੀਬ ਦੇਸ਼ ਨੇ, ਉਹਨਾਂ ਕੋਲ ਵੈਕਸੀਨ ਲੈਣ ਲਈ ਪੈਸੇ ਵੀ ਹੈ ਨਹੀਂ। ਫਿਰ ਕੋਈ ਜਿਹੜਾ ਪ੍ਰੋਗਰਾਮ ਚੱਲਿਆ ਜਿਹਦੇ ਤਹਿਤ ਕਿਹਾ ਗਿਆ ਕਿ ਇਹਨਾਂ ਲੋਕਾਂ ਨੂੰ ਵੈਕਸੀਨ ਦੇ ਦਿਓ। ਫਿਰ ਇਹ ਕਿਹਾ ਗਿਆ ਕਿ ਪਹਿਲਾਂ ਜਿਹੜੀ 2-2 ਡੋਜ਼ ਨਾ ਲਾਓ ਤੁਸੀਂ, ਕੈਨੇਡਾ ਅਮਰੀਕਾ ਵਾਲੇ ਜਿਹੜੇ ਗਰੀਬ ਦੇਸ਼ ਆ ਉਹਨਾਂ ਨੂੰ 1-1 ਦੇ ਦਿਓ, ਪਹਿਲਾਂ ਸਾਰਿਆਂ ਦੇ 1-1 ਲੱਗ ਲੈਣ ਦਿਓ। ਕਈ ਜਿਹੜੇ ਰੌਲੇ ਗੋਲੇ ਚੱਲੇ ਤੇ ਹੁਣ ਹਾਲਤ ਕੈਨੇਡਾ ਦੇ ਵਿੱਚ ਇਹ ਹੋ ਗਈ ਆ। ਇੱਥੇ ਵੀ ਦੱਸਣ ਵਾਲੀ ਗੱਲ ਆ ਕਿ ਕੈਨੇਡਾ ਨੇ ਸਾਰੀਆਂ ਕੰਪਨੀਆਂ ਨੂੰ ਆਰਡਰ ਕਰ ਦਿੱਤਾ ਸੀ, ਡਾਊਨ ਪੇਮੈਂਟ ਦੇ ਦਿੱਤੀ ਸੀ ਕਿ ਜਦੋਂ ਤੁਹਾਡੀ ਵੈਕਸੀਨ ਬਣ ਗਈ ਤੁਸੀਂ ਸਭ ਤੋਂ ਪਹਿਲਾਂ ਸਾਨੂੰ ਦੇ ਦਿਓ। ਜਿੰਨੀ ਕੈਨੇਡਾ ਦੀ ਪਾਪੂਲੇਸ਼ਨ ਆ ਉਹ ਤੋਂ ਕਿਤੇ ਜ਼ਿਆਦਾ ਡੋਜ਼ਸ ਸਾਡੇ ਕੋਲ ਆ ਗਈਆਂ। ਸਾਰੇ ਦੇਸ਼ ਡਰੇ ਸੀ, ਜਿਹੜੇ ਦੇਸ਼ ਆਪਣੀ ਵੈਕਸੀਨ ਬਣਾਉਂਦੇ ਸੀ, ਜਿਵੇਂ ਅਮਰੀਕਾ ਸੀ, ਉਹਨਾਂ ਨੇ ਆਪਣੀ ਵੈਕਸੀਨ ਬਣਾ ਲਈ ਤੇ ਆਪਣਾ ਪਹਿਲਾਂ ਪ੍ਰਬੰਧ ਕਰ ਲਿਆ। ਕੈਨੇਡਾ ਵਰਗਾ ਦੇਸ਼ ਜਿਹਦੇ ਕੋਲੇ ਆਪਣੀ ਵੈਕਸੀਨ ਕੋਈ ਨਹੀਂ ਬਣ ਨਹੀਂ ਸੀ ਰਹੀ ਉਸ ਵੇਲੇ ਤੇ ਪੈਸਾ ਧੇਲਾ ਇਹਨਾਂ ਕੋਲੇ ਸੀਗਾ ਤੇ ਇਹਨਾਂ ਨੇ ਉਹ ਜ਼ਿਆਦਾ ਵੈਕਸੀਨ ਜਿਹੜੀ ਆ ਉਹ ਖਰੀਦ ਲਈ ਜਾਂ ਆਪਣੇ ਲਈ ਰਾਖਵੀਂ ਰੱਖ ਲਈ। ਹੁਣ ਉਹ ਆ ਗਈ ਤੇ ਐਕਸਪਾਇਰ ਹੋ ਗਈ ਪਈ। ਉਹ ਨਾ ਤਾਂ ਕਿਸੇ ਗਰੀਬ ਦੇਸ਼ 'ਤੇ ਕੰਮ ਆਈ ਆ, ਨਾ ਹੀ ਕੈਨੇਡਾ ਵਾਲਿਆਂ ਨੇ ਲਵਾਈ ਆ ਤੇ ਹੁਣ ਲੱਖਾਂ ਵੈਕਸੀਨ ਦੀਆਂ ਡੋਜ਼ਸ ਸਿੱਟਣੀਆਂ ਪੈ ਰਹੀਆਂ, ਖਾਸ ਕਰਕੇ ਆਕਸਫੋਰਡ ਐਸਟਰਾਜ਼ੈਨੇਕਾ ਕੋਵਿਡ-19 ਵੈਕਸੀਨ ਦੀਆਂ। ਮਾਮਲਾ ਇਹ ਹੋਇਆ ਵੀ ਸਾਰੇ ਉਸ ਵੇਲੇ ਫਾਈਜ਼ਰ ਲਵਾਉਣ ਲੱਗ ਪਏ, ਕੋਈ ਵੀ ਐਸਟਰਾਜ਼ੈਨੇਕਾ ਦੀ ਵੈਕਸੀਨ ਨਹੀਂ ਸੀ ਲਵਾਉਣ ਨੂੰ ਤਿਆਰ ਕਿਉਂਕਿ ਕੁਛ ਇੱਕ ਕੰਡੀਸ਼ਨ ਆ ਗਈ ਸੀ, ਇਹਦੇ ਨਾਲ ਬਲੱਡ ਕਲੌਟ ਬਣਨ ਲੱਗ ਪਿਆ ਸੀ। ਹਾਲਾਂਕਿ ਕੰਡੀਸ਼ਨ ਬਹੁਤ ਰੇਅਰ ਸੀ, ਉਹ ਘੱਟ ਕੇਸਿਸ ਦੇ ਵਿੱਚ ਇਸ ਤਰ੍ਹਾਂ ਹੋਇਆ, ਪਰ ਇਹਦਾ ਕੋਈ ਕਾਰਨ ਨਹੀਂ ਪਤਾ ਲੱਗਿਆ ਤੇ ਇਹ ਸਾਰੀ ਜਿਹੜੀ ਐਕਸਪਾਇਰ ਹੋ ਗਈ ਤੇ ਸਿੱਟਣੀ ਪੈ ਰਹੀ ਹੈ। ਕੈਨੇਡਾ ਨੇ ਸਾਈਨ ਕੀਤਾ ਸੀ ਕੰਟਰੈਕਟ ਐਸਟਰਾਜ਼ੈਨੇਕਾ ਵੈਕਸੀਨ ਦੇ ਨਾਲ 2020 ਦੇ ਵਿੱਚ 20 ਮਿਲੀਅਨ ਡੋਜ਼ਸ ਦਾ, ਜਿਹਦੇ ਵਿੱਚੋਂ 2.3 ਮਿਲੀਅਨ ਜਿਹੜੀ ਕੈਨੇਡੀਅਨ ਸੀਗੇ ਉਹਨਾਂ ਨੇ 20 ਮਿਲੀਅਨ ਦੇ ਵਿੱਚੋਂ 2.3 ਮਿਲੀਅਨ ਨੂੰ ਇਹ ਮਿਲ ਗਈ ਸੀ। ਘੱਟੋ ਘੱਟ 1 ਡੋਜ਼ ਉਹਨਾਂ ਨੇ ਲੈ ਲਈ ਸੀ। ਮਾਰਚ ਤੇ ਜੂਨ 2021 ਦੇ ਨੇੜੇ ਤੇੜੇ ਦੀ ਇਹ ਗੱਲਬਾਤ ਆ। ਉਹਦੇ ਤੋਂ ਬਾਅਦ ਫਿਰ ਇਸ਼ੂ ਸਾਹਮਣੇ ਆ ਗਿਆ 2021 ਤੋਂ ਬਾਅਦ, ਜਿਹੜਾ ਇੱਕ ਬੜਾ ਮਾਰੂ ਉਹ ਬਿਮਾਰੀ ਸੀਗੀ ਕਿ ਬਲੱਡ ਕਲੌਟਸ ਬਣ ਜਾਂਦੇ ਆ ਐਸਟਰਾਜ਼ੈਨੇਕਾ ਦੇ ਨਾਲ, ਤੇ ਸਪਲਾਈ ਕਾਫੀ ਸੀਗੀ ਉਸ ਵੇਲੇ ਐਸਟਰਾਜ਼ੈਨੇਕਾ ਦੀ ਤੇ ਜਿਹੜੀ ਫਾਈਜ਼ਰ ਬਾਇਓਨਟੈਕ ਵੀ ਉਹਦੇ ਨਾਲ ਸੀ। ਲੋਕਾਂ ਨੇ ਪ੍ਰੈਫਰ ਕੀਤਾ ਤੇ ਸਰਕਾਰ ਨੇ ਕਿਹਾ ਵੀ ਜਿਹੜਾ ਵੀ ਲਵਾਉਣਾ ਚਾਹੁੰਦਾ, ਕਿਉਂਕਿ ਦੋਵੇਂ ਪਈਆਂ ਸੀ, ਤੇ ਫਾਈਜ਼ਰ ਬਾਇਓਨਟੈਕ ਲਵਾ ਲਓ। ਹੁਣ ਮੋਡਰਨਾ ਵੀ ਸੀਗੀ। ਹੁਣ ਉਹਦੇ ਤੋਂ ਬਾਅਦ ਐਸਟਰਾਜ਼ੈਨੇਕਾ ਜਿਹੜੀ ਯੂਜ਼ ਦੇ ਵਿੱਚ ਨਹੀਂ ਆਈ
ਕੈਨੇਡਾ ਨੇ ਇਹ ਵੀ ਕਿਹਾ ਸੀ ਕਿ ਅਸੀਂ ਬਾਕੀ ਜਿਹੜੀਆਂ ਹੈ ਨਾ ਉਹ ਡੋਨੇਟ ਕਰ ਦਾਂਗੇ, 17.7 ਮਿਲੀਅਨ ਡੋਜ਼ਸ ਜਿਹੜੀਆਂ ਗਰੀਬ ਦੇਸ਼ਾਂ ਦੇ ਕੋਲ ਚਲੀਆਂ ਜਾਣਗੀਆਂ, ਪਰ ਉੱਦਾਂ ਨਹੀਂ ਕੀਤਾ ਗਿਆ। ਤੇ ਇਹ ਵੀ ਦੱਸਿਆ ਜਾ ਰਿਹਾ ਕਿ ਕੈਨੇਡਾ ਨੇ ਹਰ ਯਤਨ ਕੀਤਾ, ਸੰਭਵ ਯਤਨ ਕੀਤਾ ਕਿ ਉੱਥੇ ਦੇ ਦਿੱਤੀਆਂ ਜਾਣ, ਪਰ ਇਹ ਮਿਲੀਅਨਸ ਆਫ ਡੋਜ਼ਸ ਜਿਹੜੀਆਂ ਐਕਸਪਾਇਰ ਹੋ ਗਈਆਂ ਤੇ ਸਿੱਟਣੀਆਂ ਪਈਆਂ। ਡਿਮਾਂਡ ਬਹੁਤ ਘੱਟ ਸੀ, ਇੱਕ ਚੈਲੰਜ ਬਹੁਤ ਵੱਡਾ ਸੀ। ਹੁਣ ਇਹਦੇ ਲਈ ਦੋਸ਼ ਇਹ ਲੱਗ ਰਿਹਾ ਵੀ ਜ਼ਿੰਮੇਵਾਰ ਕੌਣ ਆ? ਐਕਸਪਾਇਰ ਹੋਣ ਤੋਂ ਪਹਿਲਾਂ ਪਤਾ ਨਹੀਂ ਸੀ ਵੀ ਐਕਸਪਾਇਰ ਹੋ ਜਾਣੀਆਂ, ਉਸ ਵੇਲੇ ਗਰੀਬ ਦੋਸ਼ਾਂ ਨੂੰ ਕਿਉਂ ਨਹੀਂ ਦਿੱਤੀਆਂ ਗਈਆਂ? ਇਸ ਵੇਲੇ ਜਿਹੜੇ ਲੋਕ ਤਰਸ ਰਹੇ ਆ ਵੈਕਸੀਨ ਦੇ ਲਈ, ਉਹਨਾਂ ਕੋਲੇ ਪੈਸੇ ਵੀ ਨਹੀਂ ਆ ਤੇ ਸਪਲਾਈ ਦਾ ਵੀ ਇਸ਼ੂ ਜਿਹੜਾ ਕਿਸੇ ਨਾ ਕਿਸੇ ਵੇਲੇ ਸੀਗਾ। ਤੇ ਕੋਵੈਕਸ ਵੈਕਸੀਨ ਸ਼ੇਅਰਿੰਗ ਅਲਾਇੰਸ ਜਿਹੜਾ ਸੀ ਸਮਝੌਤਾ ਹੋਇਆ ਸੀ, ਜਿਹਦੇ ਤਹਿਤ ਕੈਨੇਡਾ ਨੇ ਵੀ ਕਿਹਾ ਸੀ ਵੀ ਅਸੀਂ ਇੰਨੀਆਂ ਵੈਕਸੀਨ ਦੀਆਂ ਡੋਜ਼ਸ ਡੋਨੇਟ ਕਰਾਂਗੇ। ਸੋ ਇੱਕ ਪਾਸੇ ਕਿੰਨੇ ਦੇਸ਼ ਰਲ ਕੇ ਫੈਸਲਾ ਕਰਦੇ ਆ ਵੀ ਆਪਾਂ ਇੰਨੀਆਂ ਜਿਹੜੀਆਂ ਵੈਕਸੀਨ ਆ ਇਹ ਡੋਨੇਟ ਕਰ ਦਾਂਗੇ ਫਲਾਣੇ ਦੇਸ਼ ਨੂੰ। ਕੈਨੇਡਾ ਆਪਣਾ ਉਹ ਅੰਕੜਾ ਵੀ ਪੂਰਾ ਨਹੀਂ ਕਰ ਸਕਿਆ ਕਿ ਜਿੰਨੀਆਂ ਕਿਹਾ ਸੀ ਡੋਨੇਟ ਕਰਨ ਨੂੰ ਉਨੀਆਂ ਹੀ ਡੋਨੇਟ ਕਰ ਦਿਓ, ਤੇ ਨਾ ਉਹ ਡੋਨੇਟ ਹੋਈਆਂ ਤੇ ਜਿਹੜੀਆਂ ਕੋਲ ਪਈਆਂ ਸੀ ਉਹ ਐਕਸਪਾਇਰ ਹੋ ਗਈਆਂ। ਤੇ ਹੁਣ ਜਿਹੜੇ ਲੋਕ ਨੇ ਉਹ ਇਸ ਗੱਲ ਦੀ ਆਲੋਚਨਾ ਵੀ ਕਰ ਰਹੇ ਆ ਕਿ ਘੱਟੋ ਘੱਟ ਲੱਭਿਆ ਜ਼ਰੂਰ ਜਾਣਾ ਚਾਹੀਦਾ ਵੀ ਨੁਕਸ ਕਿੱਥੇ ਰਿਹਾ, ਤਾਂ ਕਿ ਇਹਨੂੰ ਅੱਗੇ ਤੋਂ ਕੋਈ ਇੱਦਾਂ ਦੀ ਜਿਹੜੀ ਗੱਲਬਾਤ ਆ ਉਹ ਤੋਂ ਬਚਿਆ ਜਾ ਸਕੇ। ਇਹ ਇੱਕ ਬੜੀ ਮੰਦਭਾਗੀ ਗੱਲ ਆ ਕਿ ਬਹੁਤ ਸਾਰੀ ਵੈਕਸੀਨ ਇੱਥੇ ਪਈ ਐਕਸਪਾਇਰ ਹੋ ਗਈ ਤੇ ਉਹ ਲਗਭਗ ਸਿੱਟਣੀ ਪਈ। ਅਗਲੀ ਖਬਰ ਐਮਰਜੈਂਸੀ ਰੂਮ ਦੀ ਆ, ਜਿਹੜੀ ਪੋਰਟ ਅਲਵਰਨੀ ਵੈਸਟ ਕੋਸਟ ਜਨਰਲ ਹਸਪੀਟਲ ਦੀ ਵੈਨਕੂਵਰ ਆਈਲੈਂਡ ਦੇ ਉੱਤੇ। ਬ੍ਰਿਟਿਸ਼ ਕੋਲੰਬੀਆ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਡਾਕਟਰਾਂ ਦੀ ਕਮੀ ਹੈ। ਅਸੀਂ ਅਕਸਰ ਗੱਲਬਾਤ ਕਰਦੇ ਹਾਂ, ਵੇਟ ਟਾਈਮ ਆ, ਉਡੀਕ ਆ, ਕਿੰਨੇ ਘੰਟੇ ਉਡੀਕਣਾ ਪੈ ਰਿਹਾ, ਵਾਰੀ ਨਹੀਂ ਆਉਂਦੀ। ਤੇ ਹੁਣ ਰੌਲਾ ਇਹ ਵੀ ਵਿੱਚ ਪੈਂਦਾ ਰਿਹਾ ਕਈਆਂ ਥਾਵਾਂ ਦੇ ਉੱਤੇ ਕਿ ਕਈਆਂ ਥਾਵਾਂ ਦੇ ਉੱਤੇ ਡਾਕਟਰ ਨਹੀਂ ਹੁੰਦੇ। ਤੇ ਪੋਰਟ ਅਲਬਰਨੀ ਵੈਨਕੂਵਰ ਆਈਲੈਂਡ ਦੇ ਉੱਤੇ ਇੱਕ ਇਹੋ ਜਿਹੀ ਸਥਿਤੀ ਬਣ ਗਈ ਆ ਕਿ ਅਗਸਤ ਸਤੰਬਰ ਦੇ ਵਿੱਚ ਸਟਾਫ ਦੀ ਘਾਟ ਹੋਣ ਕਰਕੇ ਉਹਨਾਂ ਨੂੰ ਆਪਣਾ ਜਿਹੜਾ ਐਮਰਜੈਂਸੀ ਡਿਪਾਰਟਮੈਂਟ ਆ ਉਹ ਬੰਦ ਕਰਨਾ ਪੈ ਸਕਦਾ। ਹਾਲਤ ਇਹ ਬਣੀ ਆ, ਕੁਝ ਲੋਕਾਂ ਨੇ ਜਿਹੜੇ ਅੰਦਰ ਦੀਆਂ ਖਬਰਾਂ ਦੱਸੀਆਂ ਆ ਕਿ 8 ਘੰਟੇ ਜਿਹੜਾ ਦਿਨ ਦੇ ਵਿੱਚ ਇਹ ਕਿਸੇ ਨਾ ਕਿਸੇ ਤਰ੍ਹਾਂ ਬੰਦ ਰਹਿ ਸਕਦਾ, ਕਿਉਂਕਿ ਸ਼ਿਫਟ ਹਸਪੀਟਲ ਦੀ ਫਿਲ ਨਹੀਂ ਹੋ ਰਹੀ। ਇਸ ਵੇਲੇ ਆਪਰੇਟ ਕਰ ਰਿਹਾ ਆ ਤੇ ਬੜਾ ਨੇੜਿਓਂ, ਕਿਉਂਕਿ ਸਟਾਫ ਪੂਰਾ ਹੀ ਆ। ਜਿਹੜੀ ਐਮਰਜੈਂਸੀ ਆ ਪੋਰਟ ਅਲਵਰਨੀ ਸਰਵਿਸਿਜ਼ ਦੇ ਵਿੱਚ ਉਹ ਇੱਕ ਮਤਲਬ 18,000 ਉੱਥੇ ਲੋਕ ਰਹਿੰਦੇ ਆ ਉਸ ਪੋਰਟ ਅਲਵਰਨੀ ਦੇ ਵਿੱਚ। 18,000 ਦਾ ਮਤਲਬ ਇਹ ਆ ਕਿ 60 ਤੋਂ ਲੈ ਕੇ 80 ਜਣੇ ਰੋਜ਼ ਐਮਰਜੈਂਸੀ ਰੂਮ ਦੇ ਵਿੱਚ ਆਉਂਦੇ ਆ, ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਆਉਂਦੇ ਆ, 60 ਤੋਂ ਲੈ ਕੇ 80 ਜਣੇ। ਤੇ ਜੇ ਹੁਣ ਇਹ ਡਿਪਾਰਟਮੈਂਟ ਹੀ ਬੰਦ ਹੋ ਗਿਆ ਤਾਂ 60 ਤੋਂ 80 ਕੀ ਕਰਨਗੇ? ਮਾਮਲਾ ਸਿੱਧਾ ਹੈ ਕਿ ਸਟਾਫ ਹੈ ਨਹੀਂ ਇਸ ਵੇਲੇ। ਸੋ ਉਹਨਾਂ ਨੂੰ ਜੇ ਹੁਣ ਉਹ ਬੰਦ ਹੋ ਗਿਆ ਤਾਂ ਉਹਦੇ ਬਾਅਦ ਸਿੱਧਾ 1.25 ਘੰਟਾ ਲੱਗਦਾ ਪੋਰਟ ਅਲਵਰਨੀ ਤੋਂ ਨਨੈਮੋ ਜਾਣ ਲਈ। ਜਾਂ ਤਾਂ ਨਨੈਮੋ ਜਾਣਗੇ ਜਾਂ ਫਿਰ ਟਫੀਨੋ ਜਾਣਗੇ, 2 ਘੰਟੇ ਦੀ ਰਾਈਡ ਆਪਣੇ ਡਰਾਈਵ ਕਰਕੇ ਉੱਥੋਂ, ਤੇ ਜਾਂ ਜਿਹੜਾ 3 ਘੰਟੇ ਲਾ ਕੇ ਉਹ ਦੂਜੇ ਕਿਸੇ ਹੋਰ ਪਾਸੇ ਨੇੜੇ ਤੋਂ ਨੇੜੇ ਕਿਸੇ ਹੋਰ ਥਾਂ ਦੇ ਉੱਤੇ ਜਾਣਗੇ। ਸੋ ਮਸਲਾ ਬਹੁਤ ਵੱਡਾ ਆ ਕਿ ਇੱਥੇ ਸਟਾਫ ਦੀ ਘਾਟ ਕਰਕੇ ਵੱਖ-ਵੱਖ ਥਾਵਾਂ ਦੇ ਉੱਤੇ ਸਮੱਸਿਆ ਆ ਰਹੀ ਹੈ। ਪੋਰਟ ਅਲਵਰਨੀ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਸੰਕਟ ਪੈਦਾ ਹੋ ਸਕਦਾ। ਲੋਕਾਂ ਨੂੰ ਨਨਾਇਮੋ ਜਾਂ ਟਫੀਨੋ ਜਾਂ ਕਿਤੇ ਹੋਰ ਜਾਣਾ ਪੈ ਸਕਦਾ ਆਪਣੇ ਇਸ ਮਾਮਲੇ ਦੇ ਵਿੱਚ ਕੋਈ ਨਾ ਕੋਈ ਇਲਾਜ ਕਰਾਉਣ ਦੇ ਲਈ। ਸਮੱਸਿਆ ਵੱਡੀ ਆ, ਸਟਾਫ ਦੀ ਘਾਟ ਆ। ਸਟਾਫ ਕਦੋਂ ਪੂਰਾ ਹੋਣਾ, ਇਹ ਸਮੱਸਿਆ ਸਿਰਫ ਇਸ ਡਿਪਾਰਟਮੈਂਟ ਦੀ ਨਹੀਂ ਹੈ, ਏਅਰਲਾਈਨ ਦੇ ਵਿੱਚ ਵੀ ਐਡੀ ਵੱਡੀ ਸਮੱਸਿਆ ਹੈ। ਪਰ ਡਾਕਟਰਸ ਦਾ ਨਾ ਮਿਲਣਾ ਤੇ EMPLOYEES ਦਾ ਇੱਥੇ ਨਾ ਮਿਲਣਾ ਲੋਕਾਂ ਦੇ ਲਈ ਇੱਕ ਵੱਡੀ ਸਮੱਸਿਆ ਬਣ ਸਕਦਾ। ਇਹ ਸਿਰਫ ਇੱਥੇ ਦੀ ਗੱਲ ਨਹੀਂ ਆ, ਕਈ ਥਾਵਾਂ ਦੇ ਉੱਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਹਿਲਾਂ ਵੀ ਸਮੱਸਿਆ ਸਾਹਮਣੇ ਆਈ ਸੀ ਕਿ ਜਿਹੜੇ ਲੋਕਾਂ ਨੂੰ ਜਿਹੜੀ ਐਮਰਜੈਂਸੀ ਸਰਵਿਸਿਜ਼ ਆ ਉਹ ਨਹੀਂ ਮਿਲ ਰਹੀਆਂ, ਤੇ ਜੇਕਰ ਇਹ ਬੰਦ ਹੀ ਹੋ ਜਾਂਦੀਆਂ ਆ ਤਾਂ ਉਹਦੇ ਨਾਲ ਸਮੱਸਿਆ ਹੋਰ ਵੀ ਵੱਡੀ ਹੋ ਜਾਂਦੀ। ਇੱਕਾ ਦੁੱਕਾ ਘਟਨਾਵਾਂ ਇੱਦਾਂ ਦੀਆਂ ਵਾਪਰਦੀਆਂ ਰਹਿੰਦੀਆਂ। ਕਦੇ ਵਿਕਟੋਰੀਆ ਦੇ ਵਿੱਚ ਫਲਾਣਾ ਹਸਪੀਟਲ ਆ ਸੈਟਰਡੇ ਸੰਡੇ ਬੰਦ ਹੋਊਗਾ, ਇੱਥੇ ਐਮਰਜੈਂਸੀ ਡਿਪਾਰਟਮੈਂਟ, ਤੁਸੀਂ ਇੱਧਰ ਜਾਓ। ਕਈ ਵਾਰੀ ਇੱਧਰ ਕੈਮਲੂਪਸ ਵੱਲ ਹੋ ਜਾਂਦਾ ਕਿ ਆਹ ਹਸਪਤਾਲ ਜਿਹੜਾ ਸੈਟਰਡੇ ਸੰਡੇ ਐਮਰਜੈਂਸੀ ਡਿਪਾਰਟਮੈਂਟ ਬੰਦ ਆ, ਤੁਸੀਂ ਕਿਤੇ ਹੋਰ ਚਲੇ ਜਾਓ। ਪਰ ਜੇ 2 ਮਹੀਨੇ ਦੇ ਲਈ ਐਮਰਜੈਂਸੀ ਡਿਪਾਰਟਮੈਂਟ ਦੇ ਉੱਤੇ ਕੋਈ ਸੰਕਟ ਪੈਦਾ ਹੋ ਜਾਂਦਾ ਤਾਂ ਇਹ ਸੱਚਮੁੱਚ ਲੋਕਾਂ ਲਈ ਬਹੁਤ ਫਿਕਰ ਵਾਲੀ ਗੱਲ ਹੋਏਗੀ। ਕੈਨੇਡਾ ਨੇ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਦੇ ਤਹਿਤ ਐਪਲੀਕੇਸ਼ਨ ਦਸੰਬਰ 2020 ਤੋਂ ਬਾਅਦ ਰੱਖੀਆਂ ਨਹੀਂ, ਲੋਕਾਂ ਨੂੰ ਪੱਕੇ ਨਹੀਂ ਕੀਤਾ। ਜਿਹੜੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਉਮੀਦਵਾਰ ਨੇ ਉਹ ਇਸ ਵਾਰੀ ਉਮੀਦ ਕਰ ਰਹੇ ਸੀ, ਪਿਛਲੇ ਦਿਨਾਂ ਤੋਂ ਗੱਲਬਾਤ ਚੱਲ ਰਹੀ ਸੀ ਕਿ ਐਕਸਪ੍ਰੈਸ ਐਂਟਰੀ ਡਰਾ ਕਦੋਂ ਨਿਕਲੂਗਾ, ਇਹ ਪ੍ਰੋਗਰਾਮ ਦੁਬਾਰਾ ਕਦੋਂ ਸ਼ੁਰੂ ਹੋਊਗਾ, ਇਸ ਪ੍ਰੋਗਰਾਮ ਤਹਿਤ ਲੋਕ ਕੈਨੇਡਾ ਦੇ ਵਿੱਚ ਪੱਕੇ ਕਦੋਂ ਹੋਣਗੇ। ਅੱਜ ਇਹ ਪ੍ਰੋਗਰਾਮ ਦਾ ਦੁਬਾਰਾ ਸ਼ੁਰੂ ਹੋ ਗਿਆ, ਇਹਦਾ ਡਰਾ ਕੱਢ ਦਿੱਤਾ ਗਿਆ। ਇਸ ਮਹੀਨੇ ਸਤੰਬਰ 2021 ਤੋਂ ਬਾਅਦ ਹੁਣ ਦੁਬਾਰਾ ਇਹ ਜਦੋਂ ਪ੍ਰੋਗਰਾਮ ਸ਼ੁਰੂ ਕੀਤਾ
ਤਾਂ ਕੈਂਡੀਡੇਟਸ ਜਿਹੜੇ ਆ ਉਹਦੇ ਵਿੱਚ ਸਤੰਬਰ 2021 ਤੋਂ ਬਾਅਦ ਹੁਣ ਤੱਕ ਇਹ ਕੈਂਡੀਡੇਟ ਇਹਦੇ ਵਿੱਚ ਇਨਕਲੂਡ ਕੀਤੇ ਗਏ ਆ। ਇਮੀਗ੍ਰੇਸ਼ਨ, ਰਿਫਿਊਜੀ ਤੇ ਸਿਟੀਜ਼ਨਸ਼ਿਪ ਕੈਨੇਡਾ IRCC ਨੇ ਇਨਵਾਈਟ ਕੀਤੀਆਂ ਟੋਟਲ 1500 ਐਕਸਪ੍ਰੈਸ ਐਂਟਰੀ ਕੈਂਡੀਡੇਟ ਅਪਲਾਈ ਕਰਨ ਦੇ ਲਈ ਪਰਮਾਨੈਂਟ ਰੈਜ਼ੀਡੈਂਸੀ ਦੇ ਲਈ। ਤੇ ਜਿਹੜਾ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਆ CRS, ਜਿਹਨੂੰ ਸਕੋਰ ਕਹਿੰਦੇ ਆ, ਵੀ ਕਿੰਨੇ ਨੰਬਰਾਂ ਦੇ ਉੱਤੇ ਕੱਟ ਲਿਸਟ ਬਣੀ ਆ, ਉਹ ਕੱਟ ਆਫ ਸਕੋਰ ਇਸ ਵੇਲੇ ਇਸ ਵਾਰੀ ਅੱਜ ਜਿਹੜਾ ਸਾਹਮਣੇ ਆਇਆ ਉਹ 557 ਆ, ਜਿਹੜਾ ਕਿ ਆਮ ਨਾਲੋਂ ਕਾਫੀ ਜ਼ਿਆਦਾ ਉੱਪਰ ਦੱਸਿਆ ਜਾ ਰਿਹਾ। ਆਸ ਇਹ ਕੀਤੀ ਜਾਂਦੀ, ਲੋਕ ਇਸ ਗੱਲ ਤੋਂ ਹੈਰਾਨ ਵੀ ਆ, ਆਸ ਇਹ ਕੀਤੀ ਜਾਂਦੀ ਸੀ ਕਿ ਜਿੱਦਾਂ ਕਿਹਾ ਜਾਂਦਾ ਸੀ ਬਾਰ-ਬਾਰ ਕਿ ਕੈਨੇਡਾ ਦੇ ਹੁਣ ਲੇਬਰ ਨਹੀਂ ਲੱਭ ਰਹੀ ਤੇ ਕੁਝ ਵੀ ਨਹੀਂ ਮਿਲ ਰਿਹਾ, ਸਾਰਿਆਂ ਨੂੰ PR ਦੇ ਦੇਣੀ ਜਿੰਨੇ ਇੱਥੇ ਰਹਿ ਗਏ। ਤੇ ਇਹ ਮੰਨਿਆ ਜਾ ਰਿਹਾ ਸੀ ਕਿ ਜਿਹੜਾ ਇਹ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਦਾ ਕੱਟ ਆਫ ਸਕੋਰ ਆ ਇਹ ਕਾਫੀ ਥੱਲੇ ਹੋਊਗਾ, ਪਰ ਉਹ ਲੋਕਾਂ ਨਾਲ ਗੱਲਬਾਤ ਕਰਨ ਤੇ ਪਤਾ ਲੱਗ ਰਿਹਾ ਕਿ ਆਮ ਨਾਲੋਂ ਵੀ ਇਹ ਕਾਫੀ ਉੱਤੇ ਇਸ ਵਾਰ ਆਇਆ। ਇਹ ਆਪਣੇ ਆਪ ਦੇ ਵਿੱਚ ਇੱਕ ਹੈਰਾਨੀ ਵਾਲੀ ਗੱਲ ਆ। ਜਿਹੜੀ ਮਿਨਿਸਟਰ ਦੀ ਸਟੇਟਮੈਂਟ ਆਈ ਆ ਉਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਕਿ ਅਸੀਂ ਇਸ ਵੇਲੇ ਜਿਹੜੀ ਐਕਸਪ੍ਰੈਸ ਐਂਟਰੀ ਡਰਾ ਆ ਇਹਨੂੰ ਦੁਬਾਰਾ ਆਫੀਸ਼ੀਅਲੀ ਰਿਜ਼ਿਊਮ ਕਰ ਰਹੇ ਹਾਂ। ਐਪਲੀਕੇਸ਼ਨ ਜਿਹੜੀਆਂ ਪ੍ਰੋਸੈਸ ਕੀਤੀਆਂ ਜਾ ਰਹੀਆਂ 6 ਮਹੀਨੇ ਦੇ ਪ੍ਰੋਸੈਸ ਸਟੈਂਡਰਡ ਦੇ ਤਹਿਤ। ਤੇ ਉਹ ਕਹਿੰਦੇ ਅਸੀਂ ਲੋਕਾਂ ਨੂੰ, ਜਿਹੜੇ ਦੁਨੀਆ ਦੇ ਵਿੱਚ ਵੱਖ-ਵੱਖ ਲੋਕ ਇੱਥੇ ਆ ਕੇ ਉਹਨਾਂ ਨੇ ਸਬਰ ਰੱਖਿਆ, ਉਡੀਕ ਕੀਤੀ ਆ, ਉਹਨਾਂ ਦਾ ਵੀ ਮਿਨਿਸਟਰ ਨੇ ਖਾਸ ਤੌਰ ਦੇ ਉੱਤੇ ਧੰਨਵਾਦ ਕੀਤਾ। ਉਹ ਕਹਿੰਦੇ ਲੇਬਰ ਸ਼ਾਰਟੇਜ ਬਹੁਤ ਆ ਸਾਡੇ ਕੋਲ ਇੱਥੇ। ਸੋ ਅੱਜ ਦਾ ਡਰਾ ਜਿਹੜਾ ਇਹਦੇ ਬਹੁਤ ਵੱਡਾ ਮਤਲਬ ਹੀ ਨਿਕਲਦਾ ਕਿ ਜਿਹੜਾ ਆਲ ਪ੍ਰੋਗਰਾਮ ਡਰਾ ਆ ਇਹ ਖਾਸ ਕਰਕੇ ਕਈ ਗੱਲਾਂ ਦੇ ਲਈ ਸਿਗਨੀਫੀਕੈਂਟ ਹੈਗਾ। ਬਹੁਤੇ ਲੋਕ ਇਹਦੇ ਤਹਿਤ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਦੇ ਤਹਿਤ ਪੱਕੇ ਹੁੰਦੇ ਆ ਤੇ ਉਹਦੇ ਤਹਿਤ ਵੱਖ-ਵੱਖ ਸਮਾਂ ਦੇ ਵਿੱਚ ਡਰਾ ਕੱਢੇ ਜਾਂਦੇ ਆ। ਤੇ 45% ਜਿਹੜੇ ਟੋਟਲ ਦੱਸਦੇ ਆ ਕਿ ਪੈਂਡੈਮਿਕ ਦੇ ਵਿੱਚ ਜਿਹੜੇ ਜਿਨ੍ਹਾਂ ਨੇ ਐਕਸਪ੍ਰੈਸ ਐਂਟਰੀ IT ਰਿਸੀਵ ਕੀਤੀ ਆ ਉਹ ਇਸ ਪ੍ਰੋਗਰਾਮ ਦੇ ਤਹਿਤ ਆਉਂਦੇ ਆ। ਸੋ ਜਿਹੜਾ ਇਹ ਆਲ ਪ੍ਰੋਗਰਾਮ ਡਰਾ ਆ ਇਹ ਜਦੋਂ ਵਾਪਸ ਆਉਂਦਾ ਇਹ ਖਾਸ ਕਰਕੇ ਇੱਕ ਵੱਡੀ ਨਿਊਜ਼ ਆ ਕੈਂਡੀਡੇਟਸ ਦੇ ਲਈ। ਤੇ ਜਿਹੜੇ ਇਹ ਇੱਕੋ ਇੱਕ ਤਰੀਕਾ ਹੈ, ਕੈਨੇਡਾ ਦਾ ਸਭ ਤੋਂ ਵੱਡਾ ਜਿਹੜਾ ਇੰਟਰਨੈਸ਼ਨਲ ਸਟੂਡੈਂਟਸ ਤੇ ਫੋਰਨ ਵਰਕਰ ਪਾਪੂਲੇਸ਼ਨ ਆ ਉਹ ਪੱਕੇ, ਮਤਲਬ ਜਿੰਨੇ ਸਟੂਡੈਂਟ ਆ ਤੇ ਦੂਜੇ ਆ ਉਹ ਇਸੇ ਪ੍ਰੋਗਰਾਮ ਦੇ ਤਹਿਤ ਪੱਕੇ ਹੁੰਦੇ ਆ। ਤੇ ਇਹਦੇ ਤੋਂ ਬਾਅਦ ਹਰ ਸਾਲਾਂ ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਲੈਵਲ ਦੇ ਟਾਰਗੇਟ ਆ ਉਹ ਸਰਕਾਰ ਵੀ ਇਸੇ ਤਹਿਤ ਪੂਰਾ ਕਰਦੀ ਹੈ। ਸੋ 3,41,000 ਜਿਹੜੇ ਇਮੀਗ੍ਰੈਂਟਸ ਆ ਉਹ ਕੈਨੇਡਾ ਦੇ ਵਿੱਚ ਇਕਨੋਮਿਕ ਕਲਾਸ ਦੇ ਤੇ ਫੈਮਿਲੀ ਤੇ ਜਿਹੜੀਆਂ ਦੂਜੀਆਂ ਕਲਾਸਿਸ ਆ ਉਹਦੇ ਤਹਿਤ ਇਕੱਠੇ ਪੱਕੇ ਕੀਤੇ ਜਾਂਦੇ ਆ। ਸੋ 1/3 ਜਿਹੜੇ ਉਹਦੇ ਵਿੱਚੋਂ ਹੈਗੇ ਆ 4,05,000 ਇਮੀਗ੍ਰੈਂਟਸ ਜਿਹੜੇ ਇੱਥੇ ਕੈਨੇਡਾ ਦੇ ਵਿੱਚ ਲੈਂਡ ਹੋਏ ਆ। 2 ਹਫ਼ਤੇ ਪਹਿਲਾਂ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਸ਼ੌਨ ਫਰੇਜ਼ਰ ਨੇ ਇਹ ਗੱਲਬਾਤ ਕਹੀ ਸੀ ਕਿ ਅਸੀਂ ਇਹਨੂੰ ਟਰੈਕ ਦੇ ਉੱਤੇ ਵਾਪਸ ਲਿਆ ਰਹੇ ਹਾਂ ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਨੂੰ ਇਹਦੇ ਤਹਿਤ ਕੈਨੇਡਾ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਸੀ ਮਿਲੂਗੀ। ਸੋ ਅੱਜ ਇਹ ਖਬਰ ਕਾਫੀ ਚੰਗੀ ਵੀ ਆ ਕਿ ਹੁਣ ਲਗਾਤਾਰ ਜਿਹੜੇ ਡਰਾ ਆ ਪਹਿਲਾਂ ਵਾਂਗੂ ਨਿਕਲਦੇ ਰਹਿਣਗੇ ਤੇ ਇਸੇ ਤਰ੍ਹਾਂ ਲੋਕ ਜਿਹੜੇ ਆ ਉਹ ਪੱਕੇ ਹੁੰਦੇ ਰਹਿਣਗੇ। ਤੇ 2024 ਤੱਕ 1,10,000 ਹੋਰ ਜਿਹੜੇ ਐਕਸਪ੍ਰੈਸ ਐਂਟਰੀ ਇਮੀਗ੍ਰੈਂਟਸ ਨੇ ਹਰ ਸਾਲ ਇੱਥੇ ਆਉਣੇ ਆ। ਇਮੀਗ੍ਰੇਸ਼ਨ ਮੰਤਰਾਲੇ ਨੇ ਇਹ ਦੱਸਿਆ ਕਿ ਲਗਭਗ 1.5 ਸਾਲ ਦੇ ਵਕਫੇ ਤੋਂ ਬਾਅਦ ਐਕਸਪ੍ਰੈਸ ਐਂਟਰੀ ਦੇ ਡਰਾ ਦੁਬਾਰਾ ਸ਼ੁਰੂ ਕੀਤੇ ਗਏ ਆ। PR ਅਪਲਾਈ ਕਰਨ ਦੇ ਲਈ 1500 ਜਣਿਆਂ ਨੂੰ ਅਰਜ਼ੀਆਂ ਭੇਜੀਆਂ। 557 ਅੰਕਾਂ ਦੇ ਉੱਤੇ ਇਸ ਵੇਲੇ ਡਰਾ ਰਿਹਾ ਆ। ਇਹ ਤੁਹਾਨੂੰ ਇਹ ਵੀ ਗੱਲ ਇੱਥੇ ਦੱਸਣ ਵਾਲੀ ਆ ਕਿ ਹਰ 2 ਹਫ਼ਤੇ ਬਾਅਦ ਇਹ ਡਰਾ ਪਹਿਲਾਂ ਨਿਕਲਦਾ ਸੀ ਤੇ ਜਿਹੜਾ ਬਾਅਦ ਦੇ ਵਿੱਚ ਲਗਾਤਾਰ ਚੱਲਦਾ ਰਹਿੰਦਾ ਸੀ। ਹੁਣ ਲੰਬਾ ਸਮਾਂ ਇਹ ਬੰਦ ਰਿਹਾ। ਅੱਜ ਇਹਦੇ ਦੁਬਾਰਾ ਸ਼ੁਰੂ ਹੋਣ ਦੇ ਨਾਲ ਲੋਕਾਂ ਦੇ ਵਿੱਚ ਇੱਕ ਆਸ ਵੀ ਜਾਗੀ ਆ। ਲੋਕ ਖੁਸ਼ ਵੀ ਨੇ ਕਿ ਐਕਸਪ੍ਰੈਸ ਐਂਟਰੀ ਦੇ ਤਹਿਤ ਹੁਣ ਉਹ ਇੱਥੇ ਮਤਲਬ ਉਹਦੇ ਵਿੱਚ ਉਮਰ ਦੇ ਨੰਬਰ ਨੇ, ਪੜ੍ਹਾਈ ਦੇ ਨੰਬਰ ਨੇ, ਐਕਸਪੀਰੀਅੰਸ ਦੇ ਨੰਬਰ ਨੇ, IELTS ਦੇ ਨੰਬਰ ਨੇ, ਉਹ ਰਲਾ ਕੇ ਫਿਰ ਇਸ ਪ੍ਰੋਗਰਾਮ ਦੇ ਤਹਿਤ ਲੋਕ PR ਲੈਂਦੇ ਆ, ਅਪਲਾਈ ਕਰਦੇ ਆ। 2015 ਦੇ ਵਿੱਚ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਸ਼ੁਰੂ ਹੋਇਆ ਸੀ। ਸੋ ਇਹ ਦੁਬਾਰਾ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ। ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ AMC ਇੰਸ਼ੋਰੈਂਸ ਤੋਂ ਗੁਰਨੀਤ ਕੌਰ ਹੋਣਾ ਨਾਲ ਇੰਸ਼ੋਰੈਂਸ ਸੰਬੰਧੀ ਕੁਝ ਮਹੱਤਵਪੂਰਨ ਨੁਕਤੇ। ਅੱਜ ਇੱਕ ਖਾਸ ਗੱਲਬਾਤ ਕਰਨ ਦੇ ਲਈ ਅਸੀਂ AMC ਇੰਸ਼ੋਰੈਂਸ 'ਤੇ ਪਹੁੰਚੇ ਹਾਂ। ਮਸਲਾ ਆਟੋ ਇੰਸ਼ੋਰੈਂਸ ਦਾ ਆ। ਅਸੀਂ ਆਪਣੇ ਵਹੀਕਲ ਦਾ ਇੰਸ਼ੋਰੈਂਸ ਕਰਵਾਉਂਦੇ ਹਾਂ। ਕਈ ਵਾਰੀ ਬਹੁਤ ਸਾਰੇ ਲੋਕ ਇੰਡੀਆ ਜਾਂਦੇ ਆ ਜਾਂ ਕਿਤੇ ਚਲੇ ਜਾਂਦੇ, 1 ਮਹੀਨੇ ਦੇ ਲਈ ਉਹ ਇੰਸ਼ੋਰੈਂਸ ਨੂੰ ਹੋਲਡ ਕਰਵਾ ਸਕਦੇ ਆ ਜਾਂ ਉਹਨੂੰ ਕਟਾ ਸਕਦੇ ਆ। ਕਿਹੜੀ ਚੀਜ਼ ਜ਼ਿਆਦਾ ਫਾਇਦੇ ਵਾਲੀ ਰਹਿੰਦੀ ਆ? ਕੋਈ ਵਹੀਕਲ ਤੁਸੀਂ ਨਹੀਂ ਵਰਤਣਾ, ਉਹ ਖੜਾ ਆ ਤੇ ਉਹਦਾ ਇੰਸ਼ੋਰੈਂਸ ਚੱਲਦਾ ਰਹਿਣ ਦੇਣਾ ਫਾਇਦੇ 'ਚ ਆ, ਜਾਂ ਉਹਦੇ ਕਟਾਉਣ ਤੇ ਦੁਬਾਰਾ ਉਹਨੂੰ ਰੀਨਿਊ ਕਰਨ ਦੇ ਵਿੱਚ ਉਹਦੀ ਕਿੰਨੀ ਫੀਸ ਹੁੰਦੀ ਆ, ਕੀ ਪਲੇਟਸ ਦੁਬਾਰਾ ਲੈਣੀਆਂ ਪੈਂਦੀਆਂ? ਵਹੀਕਲ ਖੜਾ ਆ ਉਹਦਾ ਖੜੇ ਦਾ ਵੀ ਕੋਈ ਇੰਸ਼ੋਰੈਂਸ ਹੁੰਦਾ ਜੇ ਤੁਸੀਂ ਨਹੀਂ ਚਲਾਉਣਾ? ਇਹਦੇ ਸੰਬੰਧੀ ਅਸੀਂ ਅੱਜ ਗੱਲਬਾਤ ਕਰਨੀ ਆ ਗੁਰਨੀਤ ਕੌਰ ਹੋਣਾ ਦੇ ਨਾਲ। ਗੁਰਨੀਤ ਜੀ, ਕਿਸੇ ਬੰਦੇ ਨੇ ਜਾਣਾ ਆ 1 ਮਹੀਨੇ ਦੇ ਲਈ, ਵਹੀਕਲ ਨਹੀਂ ਵਰਤਣਾ, ਇੰਸ਼ੋਰੈਂਸ ਹੋਲਡ ਕਰਵਾ ਸਕਦਾ ਵੀ 15 ਦਿਨ ਜਾਂ ਮਹੀਨੇ ਲਈ ਹੋਲਡ ਕਰ ਦਿਓ? ਹਾਂਜੀ, ICBC ਕੋਈ ਵੀ ਇੰਸ਼ੋਰੈਂਸ ਹੋਲਡ ਨਹੀਂ ਕਰਦੀ। ਸੋ ਇਹਦਾ ਤੁਸੀਂ ਕੈਂਸਲ ਕਰਵਾ ਸਕਦੇ ਆ ਜਾਂ ਤੁਸੀਂ ਕਵਰੇਜ ਰਿਡਿਊਸ ਕਰਵਾ ਸਕਦੇ ਆ। ਸੋ ਕੋਈ ਉਹਦਾ ਵਿੱਚ ਤੁਸੀਂ ਹੋਲਡ ਨਹੀਂ ਕਰਾ ਸਕਦੇ, ਤੁਸੀਂ ਪੌਜ਼ ਨਹੀਂ ਕਰਾ ਸਕਦੇ ਵੀ ਮੈਂ ਹੁਣ 10 ਦਿਨ ਲਈ ਯੂਜ਼ ਨਹੀਂ ਕਰਨੀ, ਮੈਂ ਵਕੇਸ਼ਨ 'ਤੇ ਚੱਲਾਂ ਆ।
ਤੇ ਮੈਨੂੰ ਕਾਰ ਨਹੀਂ ਚਾਹੀਦੀ ਤੇ ਤੁਸੀਂ ਹੋਲਡ ਨਹੀਂ ਕਰਾ ਸਕਦੇ, ਤੁਸੀਂ ਕਵਰੇਜ ਰਿਡਿਊਸ ਕਰਵਾ ਸਕਦੇ ਆ ਜਾਂ ਤੁਸੀਂ ਕੈਂਸਲ ਕਰਵਾ ਸਕਦੇ ਆ ਇੰਸ਼ੋਰੈਂਸ। ਤੇ ਇਹਦੇ ਚ ਕੈਂਸਲ ਕਰਵਾਉਣ ਦੀ ਫੀਸ ਕਿੰਨੀ ਹੁੰਦੀ ਹੈ ਤੇ ਦੁਬਾਰਾ ਫਿਰ ਸ਼ੁਰੂ ਕਰਵਾਉਣਾ, ਕੀ ਉਹ ਜ਼ਿਆਦਾ ਮਹਿੰਗਾ ਪੈਂਦਾ ਜਾਂ ਇਹਦਾ ਕੋਈ ਕੈਲਕੂਲੇਸ਼ਨ ਹੁੰਦੀ ਹੈ? ਜੀ ਸੋ ਬੇਸਿਕਲੀ ਅਸੀਂ ਕੀ ਰਿਕਮੈਂਡ ਕਰਦੇ ਹਾਂ, ਤੁਸੀਂ 10 ਦਿਨਾਂ ਦੇ ਟ੍ਰਿਪ ਲਈ ਆਊਟ ਆਫ ਕੰਟਰੀ ਜਾ ਰਹੇ ਹੈਗਾ, ਤੁਸੀਂ ਵਹੀਕਲ ਨਹੀਂ ਯੂਜ਼ ਕਰਨਾ, ਸੋ ਅਸੀਂ ਰਿਕਮੈਂਡ ਨਹੀਂ ਕਰਦੇ ਕੈਂਸਲੇਸ਼ਨ, ਬਿਕਾਜ਼ ਆਫਟਰ ਆਲ $30 ਤੁਹਾਡੇ ਕੈਂਸਲੇਸ਼ਨ ਚਾਰजेस ਲੱਗਣੇ ਆ, ਫਿਰ ਤੁਸੀਂ ਨਵੀਆਂ ਪਲੇਟਾਂ ਲੈਣੀਆਂ, ਫਿਰ ਤੁਸੀਂ ਅਨਰੋਲਮੈਂਟ ਮੰਥਲੀ ਅਨਰੋਲਮੈਂਟ ਹੋਣਾ ਆ, ਸੋ ਰਫਲੀ ਅਰਾਊਂਡ ਤੁਹਾਨੂੰ $100 ਦੀ ਕਾਸਟ ਅਗੇਨ ਲੱਗ ਜਾਣੀ ਆ। ਸੋ ਜੇ ਤੁਸੀਂ ਲੈਸ ਦੈਨ 4 ਵੀਕਸ ਜਾਂਦੇ ਹੈਗੇ ਆ, ਇਟਸ ਬੈਟਰ ਟੂ ਕੀਪ ਦ ਸੇਮ ਇੰਸ਼ੋਰੈਂਸ, ਘਟਾਉਣ ਦਾ ਫਾਇਦਾ ਨਹੀਂ ਹੈਗਾ। ਪਰ ਜੇ 4 ਵੀਕ ਜਾਂ 4 ਵੀਕ ਤੋਂ ਉੱਤੇ ਜਾ ਰਹੇ ਆ, ਦੈਨ ਸਮ ਟਾਈਮ ਆਪਾਂ ਕੰਸੀਡਰ ਕਰਦੇ ਆ ਵੀ ਤੁਸੀਂ ਕੈਂਸਲ ਕਰਾ ਲਓ, ਵਿਲ ਸੇਵ ਲਿਟਲ ਮੋਰ ਮਨੀ। ਉਸ ਤੋਂ ਬਾਅਦ ਫਿਰ ਪਲੇਟਸ ਨਵੀਆਂ ਮਿਲਦੀਆਂ? ਸੋ ਜਦੋਂ ਇੱਕ ਵਾਰੀ ਇੰਸ਼ੋਰੈਂਸ ਕੋਈ ਵੀ ਕੈਂਸਲ ਹੋ ਜਾਂਦੀ ਆ, ਉਹ ਪਲੇਟ ਦੁਬਾਰਾ ਯੂਜ਼ੇਬਲ ਨਹੀਂ ਹੁੰਦੀ, ਸੋ ਤੁਹਾਨੂੰ ਨਵੀਆਂ ਪਲੇਟਾਂ ਲੈਣੀਆਂ ਪੈਂਦੀਆਂ। ਨਵੀਆਂ ਪਲੇਟਾਂ ਦੇ ਅਗੇਨ ਚਾਰजेस ਲੱਗਦੇ ਆ $18, ਤੁਸੀਂ ਮੰਥਲੀ ਪੇਮੈਂਟ 'ਤੇ ਜਾਣਾ ਆ ਤੁਹਾਨੂੰ $15, ਫਿਰ ਇਨਰੋਲਮੈਂਟ 'ਤੇ ਲੱਗਦੇ ਆ, ਸੋ ਉਹ ਚਾਰजेस ਤੁਹਾਨੂੰ ਲੱਗਣੇ ਆ ਐਵਰੀ ਨਿਊ ਪਲੇਟ 'ਤੇ, ਈਵਨ ਦੋ ਤੁਸੀਂ ਸੇਮ ਓਨਰ ਹੈਗੇ ਆ, ਸੇਮ ਤੁਹਾਡਾ ਵਹੀਕਲ ਵੀ ਤੁਹਾਡੇ ਨਾਂ 'ਤੇ ਸੀਗਾ, ਇਹ ਫੀਸਸ ਐਵਰੀ ਟਾਈਮ ਜਦੋਂ ਨਵੀਂ ਪਲੇਟ ਲੱਗਣੀ ਉਦੋਂ ਇਹ ਐਪਲੀਕੇਬਲ ਲੱਗਦੀਆਂ ਆ। ਤੇ ਜਿਹੜਾ ਕਿੰਨਾ ਕੁ ਜਿਹੜਾ ਤੁਹਾਨੂੰ ਲੰਬਾ ਸਮਾਂ ਦੇ ਲਈ ਜਾਉਂ ਤਾਂ ਉਹਨੂੰ ਕਟਾ ਦੇਣਾ ਚਾਹੀਦਾ, ਜਾਂ ਬਾਰ-ਬਾਰ ਕਟਾਉਣ ਨਾਲ ਦੁਬਾਰਾ ਇੰਸ਼ੋਰੈਂਸ ਕਰਨ ਦੇ ਨਾਲ ਕੋਈ ਇੰਸ਼ੋਰੈਂਸ ਦੇ ਉੱਤੇ ਵੀ ਫਰਕ ਪੈਂਦਾ ਜਾਂ ਉਹ ਓਨਾ ਹੀ ਰਹਿੰਦਾ? ਸੋ ਬੇਸਿਕਲੀ ਅਸੀਂ ਰਿਕਮੈਂਡ ਕਰਦੇ ਹਾਂ, ਜਾਂ ਡਿਪੈਂਡਿੰਗ ਔਨ ਦ ਕਲਾਇੰਟ, ਕਈ ਵਾਰੀ ਕਲਾਇੰਟ ਦਾ ਬਹੁਤ ਘੱਟ ਡਿਸਕਾਊਂਟ ਹੁੰਦਾ ਹੈ ਜਾਂ ਸਰਚਾਰਜਸ ਦੇ ਵਿੱਚ ਹੁੰਦਾ ਜਾਂ ਹੁੰਦਾ ਨਹੀਂ ਡਿਸਕਾਊਂਟ, ਉਸ ਕੇਸ ਦੇ ਵਿੱਚ ਸਮ ਟਾਈਮ ਕਲਾਇੰਟ ਮੇ ਵੀ ਸੇਵ ਕਰ ਲਵੇ ਜ਼ਿਆਦਾ ਮਨੀ, ਬਟ ਆਈਡੀਅਲ ਇਹ ਹੈਗਾ ਵੀ ਜੇ ਅਸੀਂ ਮੋਰ ਦੈਨ 4 ਵੀਕਸ ਕਾਰ ਨਹੀਂ ਚਲਾਉਣੀ ਹੈਗੀ ਦੈਨ ਕੈਂਸਲ ਕਰਾਓ, ਬਿਕਾਜ਼ ਅਦਰਵਾਈਜ਼ ਕੈਂਸਲੇਸ਼ਨ ਚਾਰਜਸ, ਕੋਈ ਲਾਇਸੈਂਸ ਫੀਸਸ ਜਿਹੜੀਆਂ ਨਹੀਂ ਰਿਫੰਡੇਬਲ ਹੁੰਦੀਆਂ ਉਹ ਵੀ ਨਹੀਂ ਹੁੰਦੀਆਂ। ਸੋ ਲੈਸ ਦੈਨ 4 ਵੀਕਾਂ ਤੋਂ ਪਹਿਲਾਂ ਜੇ ਤੁਸੀਂ ਨਹੀਂ ਯੂਜ਼ ਕਰਨੀ, ਸੋ ਇਟਸ ਨਾਟ ਤੁਸੀਂ ਅਲਟਰਨੇਟਿਵ ਲਾ ਸਕਦੇ ਹੋ। ਤੁਸੀਂ ਜੇ ਤੁਸੀਂ ਕਾਰ ਖੜੀ ਹੈਗੀ ਆ, ਸੋ ਉਹਦੇ ਕੋਲ ਜਿਹੜੀਆਂ ਕਵਰੇਜਸ ਤੁਹਾਨੂੰ ਨਹੀਂ ਚਾਹੀਦੀਆਂ ਖੜੀ ਦੀਆਂ, ਤੁਸੀਂ ਉਹਨੂੰ ਉਹ ਕਢਵਾ ਸਕਦੇ ਆ, ਠੀਕ ਹੈ ਜੀ। ਜਿਹੜੀ ਬਾਰ-ਬਾਰ ਕੈਂਸਲ ਕਰਵਾਉਣ ਦੇ ਨਾਲ ਮੰਨ ਲਓ 1 ਮਹੀਨੇ ਲਈ ਮੈਂ ਹੁਣ ਕਰਵਾ ਦਿੱਤੀ, ਫਿਰ ਮਹੀਨੇ ਲਈ ਕਰਵਾ ਦਿੱਤੀ, ਇਹਦਾ ਕੋਈ ਇੰਸ਼ੋਰੈਂਸ ਦੇ ਉੱਤੇ ਫਰਕ ਪੈਂਦਾ ਵੀ ਇੰਸ਼ੋਰੈਂਸ ਵੱਧਦੀ ਜਾਂ ਘਟਦੀ ਹੈ? ਨਹੀਂ ਉਹਨਾਂ ਕੋਈ ਫਰਕ ਨਹੀਂ ਪੈਂਦਾ, ਤੁਸੀਂ ਜਿੰਨੀ ਵਾਰੀ ਮਰਜ਼ੀ ਪਲੇਟ ਕੈਂਸਲ ਕਰਾ ਲਓ, ਜਿੰਨੀ ਵਾਰੀ ਦੁਬਾਰਾ ਮਰਜ਼ੀ ਲੈ ਲਓ, ਸੇਮ ਡਿਸਕਾਊਂਟ ਤੁਹਾਡਾ ਸੇਮ ਹੀ ਐਪਲੀਕੇਬਲ ਹੋਣਾ, ਪਰ ਫੀਸਸ ਅਗੈਨ ਐਂਡ ਅਗੈਨ ਲੱਗਣੀਆਂ। ਜੇ ਮਹੀਨੇ ਪਹਿਲਾਂ ਤੁਸੀਂ ਪਲੇਟ ਲਈ ਸੀਗੀ, ਹੁਣ ਤੁਸੀਂ ਕੈਂਸਲ ਕਰਾਤੀ, ਦੁਬਾਰਾ ਫਿਰ ਪਲੇਟ ਲਓਗੇ, ਚਾਰजेस ਫਿਰ $18 $30 ਸੇਮ ਕੈਂਸਲੇਸ਼ਨ 'ਤੇ ਲੱਗਣੇ ਆ। ਮੇਰੇ ਕੋਲ ਵਹੀਕਲ ਸੀਗਾ, ਉਹਦੀਆਂ ਉਹ ਖ਼ਰਾਬ ਹੋ ਗਿਆ ਜਾਂ ਇੱਦਾਂ ਹੀ ਖੜਾ ਹੈ ਘਰ ਦੇ ਵਿੱਚ, ਮੈਂ ਉਹਦੀ ਇੰਸ਼ੋਰੈਂਸ ਐਕਸਪਾਇਰ ਹੋ ਗਈ, ਕੈਂਸਲ ਨਹੀਂ ਕਰਵਾਈ, ਪਲੇਟਸ ਮੇਰੇ ਕੋਲ ਹੀ ਆ, ਉਹਨੂੰ ਆ ਕੇ ਕੈਂਸਲ ਕਰਵਾਉਣਾ ਜ਼ਰੂਰੀ ਹੈ ਜਾਂ ਉਹਨੂੰ ਐਸ ਸੱਚ ਰਹਿਣ ਦੇ ਆਟੋਮੈਟਿਕਲੀ ਕੈਂਸਲ ਆ? ਸੋ ਇਹ ਡਿਫਰੈਂਟ ਸਿਨੈਰੀਓ, ਸੋ ਇਹਦੇ ਵਿੱਚ ਆਪਾਂ ਪਲੇਟਾਂ ਕੈਂਸਲ ਨਹੀਂ ਹੋਈਆਂ ਬਟ ਐਕਸਪਾਇਰਡ ਹੋਈਆਂ ਆ, ਰਾਈਟ। ਸੋ ਜਦੋਂ ਇੰਸ਼ੋਰੈਂਸ ਮੁੱਕ ਜਾਂਦੀ ਆ ਸਰਟਨ ਟਾਈਮ 'ਤੇ ਉੱਤੇ, ਪਰ ਆਪਾਂ ਰੀਨਿਊਲ ਨਹੀਂ ਕਰਵਾਈ, ਫਿਰ ਤੁਸੀਂ ਸੇਮ ਪਲੇਟਾਂ ਉਹ ਯੂਜ਼ ਕਰ ਸਕਦੇ। ਲੈਸੇ ਤੁਸੀਂ 15 ਦਿਨ ਨਹੀਂ ਕਾਰ ਚਾਹੀਦੀ, ਫਿਰ ਉਹ 15 ਦਿਨ ਤੁਸੀਂ ਸੇਮ ਪਲੇਟਾਂ ਰੱਖ ਸਕਦੇ ਆ ਐਕਸਪਾਇਰਡ ਪਲੇਟ ਵਹੀਕਲ 'ਤੇ। ਸੋ ਜੋ ਤੁਸੀਂ 15 ਦਿਨਾਂ ਬਾਅਦ ਜਾਂ 30 ਦਿਨਾਂ ਬਾਅਦ ਜਦੋਂ ਦੁਬਾਰਾ ਤੁਹਾਨੂੰ ਕਾਰ ਚਾਹੀਦੀ ਹੈਗੀ ਆ, ਸੇਮ ਇੰਸ਼ੋਰੈਂਸ ਸਾਰਾ ਕੁਝ ਉਸ ਦਿਨ ਤੋਂ ਰੀਨਿਊ ਹੋ ਜਾਊਗੀ, ਬੈਕ ਡੇਟ ਤੋਂ ਨਹੀਂ ਹੋਊਗੀ। ਜਿਸ ਦਿਨ ਤੁਸੀਂ ਆ ਕੇ ਰੀਨਿਊ ਕਰਾਓਗੇ ਉਸ ਦਿਨ ਤੋਂ ਰੀਨਿਊ ਦੁਬਾਰਾ ਇੰਸ਼ੋਰੈਂਸ ਹੋ ਜਾਊਗੀ। ਸੋ ਉਸ ਕੇਸ ਦੇ ਵਿੱਚ, ਕਿਉਂਕਿ ਉਹ ਕੈਂਸਲ ਨਹੀਂ ਹੋਈਆਂ ਸੀ ਕਦੀ ਵੀ, ਐਕਸਪਾਇਰਡ ਹੋਈਆਂ ਸੀ, ਉਸ ਕੇਸ ਦੇ ਵਿੱਚ ਆਪਾਂ ਸੇਮ ਪਲੇਟਾਂ ਯੂਜ਼ ਕਰ ਸਕਦੇ ਹਾਂ। ਬਟ ਜੇ ਆਪਾਂ ਮਿਡ ਟਰਮ ਪੋਲਿਸੀ ਚੱਲਦੀ ਤੇ ਕੈਂਸਲ ਕਰਦੇ ਹਾਂ, ਤੇ ਨਵੀਆਂ ਪਲੇਟਾਂ ਫਿਰ ਦੁਬਾਰਾ ਤੁਹਾਨੂੰ ਲੈਣੀਆਂ ਪੈਂਦੀਆਂ। ਵਹੀਕਲ ਜਿਹੜਾ ਖੜਾ ਉਹਦਾ ਇੰਸ਼ੋਰੈਂਸ ਮੈਂ ਕੈਂਸਲ ਕਰਵਾ ਦਿੱਤਾ, ਉਹਨੂੰ ਕੋਈ ਡੈਮੇਜ ਹੋ ਜਾਂਦਾ, ਕੁਛ ਨਾ ਕੁਛ ਉੱਥੇ ਕੋਈ ਇੱਦਾਂ ਦੀ ਗੱਲਬਾਤ ਹੋ ਜਾਂਦੀ ਆ, ਉਹਦਾ ਇੰਸ਼ੋਰੈਂਸ, ਖੜੇ ਵਹੀਕਲ ਦਾ ਇੰਸ਼ੋਰੈਂਸ ਵੀ ਹੁੰਦਾ? ਹਾਂਜੀ, ਸੋ ਬੇਸਿਕਲੀ ਜਦੋਂ ਕੈਂਸਲ ਹੋ ਜਾਂਦੀ ਉੱਤੇ ਕਿਸੇ ਵੀ ਟਾਈਪ ਦੀ ਇੰਸ਼ੋਰੈਂਸ ਰਹਿੰਦੀ ਨਹੀਂ ਹੈਗੀ। ਸੋ ਸਟਿਲ ਜੇ ਹੁਣ ਆਪਣੇ ਡਰਾਈਵੇ ਦੇ ਵਿੱਚ ਵੀ ਖੜਾ, ਰਿਸਕ ਤਾਂ ਹੈਗਾ, ਚੋਰੀ ਵੀ ਹੋ ਸਕਦਾ, ਕੋਈ ਆ ਕੇ ਵਿੱਚ ਜ਼ਰੂਰੀ ਨਹੀਂ ਵਹੀਕਲ ਹੀ ਵਜੀ, ਕੋਈ ਹੋਰ ਚੀਜ਼ ਵੀ ਬਚ ਸਕਦੀ ਆ, ਰਾਈਟ। ਸੋ ਉਹਦੀ ਸਟੋਰੇਜ ਪਾਲਿਸੀ ਲੈਣੀ ਚਾਹੀਦੀ ਆ। ਉਹ ਜਦੋਂ ਵਹੀਕਲ ਦੀ ਪਲੇਟਾਂ ਨਹੀਂ ਹੈਗੀਆਂ, ਤੁਸੀਂ ਪਬਲਿਕ ਪਲੇਸਿਸ 'ਤੇ ਵੀ ਨਹੀਂ ਖੜਾ ਕਰ ਸਕਦੇ, ਤੁਸੀਂ ਪ੍ਰਾਈਵੇਟ ਪ੍ਰੋਪਰਟੀ 'ਤੇ ਹੀ ਖੜੀ ਕਰ ਸਕਦੇ ਆ ਕਾਰ। ਸੋ ਜਿੱਦਾਂ ਕਈ ਲੋਕੀ ਰੋਡ 'ਤੇ ਸਾਈਡ ਵਾਕ 'ਤੇ ਕੋਲ ਕਾਰ ਪਾਰਕ ਹੁੰਦੀ ਆ, ਉਹ ਜੇ ਤੁਹਾਡੀ ਕੋਈ ਇੰਸ਼ੋਰੈਂਸ ਐਕਟਿਵ ਨਹੀਂ ਹੈਗੀ, ਤੁਸੀਂ ਉੱਥੇ ਪਾਰਕ ਨਹੀਂ ਕਰ ਸਕਦੇ। ਈਦਰ ਯੂ ਹੈਵ ਟੂ ਬੀ ਔਨ ਯੂਰ ਡਰਾਈਵੇ ਔਰ ਇਨ ਦ ਗਰਾਜ, ਪ੍ਰਾਈਵੇਟ ਪ੍ਰੋਪਰਟੀ 'ਤੇ ਖੜੀ ਹੋਣੀ ਚਾਹੀਦੀ ਆ। ਬਟ ਐਟ ਆਲ ਟਾਈਮ ਸਟੋਰੇਜ ਪਾਲਿਸੀ ਰਿਗਾਰਡਲੈਸ ਉਹ ਰੋਡ 'ਤੇ ਖੜੀ ਆ ਜਾਂ ਉਹ ਪ੍ਰਾਈਵੇਟ ਪ੍ਰੋਪਰਟੀ 'ਤੇ ਖੜੀ ਆ, ਉਹ ਰਿਕੁਆਇਰਡ ਹੈਗੀ ਆ। ਸਟੋਰੇਜ ਪਾਲਿਸੀ ਦੇ ਵਿੱਚ ਬੇਸਿਕਲੀ ਫਾਇਰ, ਥੈਫਟ ਅਤੇ ਵੈਂਡਲਿਜ਼ਮ, ਕੋਈ ਖੜੀ ਨੂੰ ਤੋੜ ਭੰਨ ਜਾਂਦਾ, ਕੋਈ ਸ਼ਰਾਰਤ ਨਾਲ ਤੋੜ ਭੰਨ ਕੇ ਗਿਆ, ਚੋਰੀ ਹੋ ਗਈ, ਰਾਈਟ, ਕੋਈ
ਕੋਈ ਅੱਗ ਲੱਗ ਗਈ ਕਿਸੇ ਵੀ ਰੀਜ਼ਨ ਦੇ ਕਰਕੇ, ਸੋ ਉਹ ਜ਼ਰੂਰੀ ਆ। ਕਈ ਵਾਰੀ ਆਪਾਂ ਸੋਚ ਲੈਂਦੇ ਹਾਂ ਕੋਈ ਨਹੀਂ ਘਰ ਖੜੀ ਆ, ਮੋਸਟ ਕੁਐਸਚਨ ਲੋਕੀ ਜਦੋਂ ਅਸੀਂ ਕਹਿੰਦੇ ਹਾਂ ਸਟੋਰੇਜ ਕਰਾ ਲਓ, ਕਹਿੰਦੇ ਕੋਈ ਨਹੀਂ ਗਰਾਜ 'ਚ ਹੀ ਖੜੀ ਆ, ਬਟ ਗਰਾਜ ਦੇ ਵਿੱਚ ਵੀ ਲੈਸੇ ਘਰ ਨੂੰ ਅੱਗ ਲੱਗ ਜਾਂਦੀ ਆ, ਠੀਕ ਹੈ। ਉਹਨਾਂ ਨੇ ਕਾਰ ਨਹੀਂ ਕਵਰ ਕਰਨੀ, ਕੋਈ ਕਾਰ ਨੇ ਵੀ ਵਿੱਚੇ ਸੜਨਾ ਨਾ, ਉਹਨਾਂ ਨੇ ਕਹਿਣਾ ਕਾਰ ਦੀ ਆਪਣੀ ਇੰਸ਼ੋਰੈਂਸ ਇਹਨੇ ਆਪਣੀ ਇਹਦੀ ਇੰਸ਼ੋਰੈਂਸ ਨੇ ਉੱਥੇ ਵਰਕ ਕਰਨਾ ਆ, ਭਾਵੇਂ ਉਹ ਤੁਹਾਡਾ ਘਰ ਦੇ ਇੰਸ਼ੋਰੈਂਸ ਨੇ ਤੁਹਾਨੂੰ ਉਹਦੇ ਵਿੱਚ ਕਵਰ ਨਹੀਂ ਕਰਨਾ। ਸੋ ਤੁਸੀਂ ਸਟੋਰੇਜ ਪਾਲਿਸੀ ਲਈ ਹੋ ਸੀ, ਉਸ ਕੇਸ ਦੇ ਵਿੱਚ ਤੁਹਾਡੀ ਦੋਨੇ ਚੀਜ਼ਾਂ ਕਵਰ ਹੋਣਗੀਆਂ। ਜੇ ਉਸ ਟਾਈਮ 'ਤੇ ਸਟੋਰੇਜ ਨਹੀਂ ਹੈਗੀ ਸੀਗੀ ਦੈਨ ਤੁਹਾਡੀ ਕਾਰ ਨਹੀਂ ਕਵਰ, ਭਾਵੇਂ ਕਾਰ ਵੀ ਵਿੱਚੇ ਸੜੀ ਆ। ਤੇ ਇਹਦਾ ਫਰਕ ਕਿੰਨਾ ਕੁ ਹੁੰਦਾ ਕਿ ਰੈਗੂਲਰ ਇੰਸ਼ੋਰੈਂਸ ਆ ਜਾਂ ਜਿਹੜੀ ਸਟੋਰੇਜ ਇੰਸ਼ੋਰੈਂਸ ਆ, ਕੋਈ ਜ਼ਿਆਦਾ ਫਰਕ ਹੁੰਦਾ? ਸਟੋਰੇਜ ਕੰਪੇਰੇਟਿਵਲੀ ਕਾਫੀ ਸਸਤੀ ਹੁੰਦੀ ਹੈ, $30 ਤੋਂ ਮਿਨੀਮਮ ਚਾਰਜਸ ਹੈ ਇਹਨੇ, ਸਮ ਟਾਈਮ ਡਿਪੈਂਡਿੰਗ ਔਨ ਦਾ ਵਹੀਕਲ। ਕਈ ਐਕਸਪੈਂਸਿਵ ਵਹੀਕਲ ਆ, ਕਈ ਨੋਰਮਲ 5000 ਤੋਂ ਲੈ ਕੇ 100,000 ਤੱਕ ਹੁਣ ਤੱਕ ਤਾਂ ਜਾਂਦੇ ਆ, ਸੋ ਅਪ ਟੂ 3 ਮੰਥ ਦੀ ਵੀ ਹੋ ਜਾਂਦੀ ਹੈ $30 ਦੇ ਵਿੱਚ। ਸੋ ਮਿਨੀਮਮ ਚਾਰਜਸ ICBC ਦਾ $30 ਆ, ਉਹਦੇ ਵਿੱਚ ਹੁਣ ਤੁਸੀਂ 1 ਦਿਨ ਦੀ ਲੈ ਲਓ ਚਾਹੇ ਤੁਸੀਂ 30 ਦਿਨਾਂ ਦੀ ਲੈ ਲਓ, ਸਮ ਟਾਈਮ ਪ੍ਰਾਈਸ ਦਾ ਕੋਈ ਫਰਕ ਨਹੀਂ ਪੈਂਦਾ। ਸੋ $30 ਦੇ ਵਿੱਚ 5 ਤੋਂ 6 ਵੀਕਾਂ ਦੀ ਐਵਰੇਜ ਕਾਰ ਦੀ ਇੰਸ਼ੋਰੈਂਸ ਕਵਰ ਕਰ ਲੈਂਦੀ ਆ। ਕਈ ਵਾਰੀ ਸਾਡੇ ਕੋਲ ਵਹੀਕਲ ਖੜਾ ਹੁੰਦਾ ਸੀ, ਸਾਲ 6 ਮਹੀਨੇ ਯੂਜ਼ ਨਹੀਂ ਕਰਦੇ, ਮੁੜ ਕੇ ਸਾਨੂੰ ਲੱਗਦਾ ਸੀ ਇਹਨੂੰ ਵੇਚਣਾ ਆ, ਕਿਸੇ ਨੇ ਆਉਣਾ ਹੈ ਉਹਨੇ ਚਲਾ ਕੇ ਦੇਖਣਾ ਆ, ਜਾਂ ਅਸੀਂ ਕਿਤੇ ਜਾ ਕੇ ਦਿਖਾਉਣਾ ਆ। ਮਹੀਨੇ ਤੋਂ ਘੱਟ ਦੀ ਇੰਸ਼ੋਰੈਂਸ ਮਿਲ ਸਕਦੀ ਹੈ, ਵੀ ਹਫਤੇ ਦੀ ਇੰਸ਼ੋਰੈਂਸ ਮਿਲ ਜਾਵੇ, ਇਸ ਹਫਤੇ ਦੇ ਵਿੱਚ ਮੈਂ ਇਹਦਾ ਇੰਸ਼ੋਰੈਂਸ ਕਰਾ ਲਾਂ ਤੇ ਡਰਾਈਵ ਕਰ ਸਕਾਂ? ਹਾਂਜੀ, ਸੋ ਤੁਸੀਂ ਪਰਮਿਟ ਲੈ ਸਕਦੇ ਆ, ਪਰਮਿਟ ਅਪ ਟੂ 14 ਡੇਜ਼ ਦੀ ਲੈ ਸਕਦੇ ਹੁੰਦੇ, 2 ਵੀਕਾਂ ਦਾ। ਸੋ 1 ਦਿਨ ਲਈ ਲੈਣਾ, 2 ਦਿਨਾਂ ਲਈ ਲੈਣਾ, ਜਾਂ 5 ਦਿਨਾਂ ਲਈ ਲੈਣਾ, ਜਾਂ ਜਸਟ ਵੀਕਐਂਡ 'ਤੇ ਕਈ ਗੱਡੀਆਂ ਹੁੰਦੀਆਂ ਕਿ ਲੋਕੀ ਵੀਕਐਂਡ ਕਾਰਸ ਹੀ ਰੱਖਦੇ ਆ, ਸੋ ਵੀਕਐਂਡ 'ਤੇ ਯੂਜ਼ ਕਰਨੀ ਹੈ, ਸੋ ਉਸ ਦਿਨਾਂ ਲਈ ਤੁਸੀਂ ਪਰਮਿਟ ਲੈ ਸਕਦੇ ਆ। ਉਹਨਾਂ ਦੇ ਥੋੜ੍ਹੀ ਜਿਹੀ ਪ੍ਰਾਈਸ ਹਾਇਰ ਹੁੰਦੀ ਹੈ ਬਿਕਾਜ਼ ਦੈਟਸ ਦਾ ਐਵਰੇਜ ਰੇਟ, ਉੱਤੇ ਤੁਹਾਡਾ ਡਿਸਕਾਊਂਟ ਨਹੀਂ ਅਪਲਾਈ ਹੁੰਦਾ, ਉਹਨਾਂ ਦੇ ਸਟੈਂਡਰਡ ਰੇਟਿੰਗ ਹੀ ਹੈਗੀ ICBC ਦੀ। ਸੋ ਉਹੀ ਸਟੈਂਡਰਡ, ਸੋ ਜੇ 1 ਡੇ ਦੀ ਇੰਸ਼ੋਰੈਂਸ ਲੈਂਦੇ ਆ $38 to $40 ਤੁਹਾਡੀ 1 ਡੇ ਦੀ ਇੰਸ਼ੋਰੈਂਸ ਬਣਦੀ ਹੈ। ਸੋ ਉਹਦੇ ਵਿੱਚ ਤੁਹਾਡਾ ਆਪਣਾ ਡਿਸਕਾਊਂਟ ਐਪਲੀਕੇਬਲ ਨਹੀਂ ਹੁੰਦਾ, ਉਹ ਸਟੈਂਡਰਡ ਰੇਟ ਆ। ਜਿਹਦੇ ਕੋਲ 1 ਸਾਲ ਦਾ ਐਕਸਪੀਰੀਅੰਸ ਉਹਨੂੰ ਵੀ $40 ਲੱਗਣੇ ਆ, ਜਿਹਦੇ ਕੋਲ 25 ਸਾਲ ਦਾ ਐਕਸਪੀਰੀਅੰਸ ਉਹਨੂੰ ਵੀ $40 ਲੱਗਣੇ ਆ। ਤੇ ਪਲੇਟਸ ਕਈ ਵਾਰੀ ਚੋਰੀ ਹੋ ਜਾਂਦੀਆਂ, ਇਹਦਾ ਫਿਰ ਕੀ ਹੱਲ ਹੁੰਦਾ ਜੀ? ਸੋ ਬੇਸਿਕਲੀ ਜਦੋਂ ਪਲੇਟਾਂ ਚੋਰੀ ਹੋ ਜਾਂਦੀਆਂ ਨਾ, ਸਾਨੂੰ ਪੁਲਿਸ ਨੂੰ ਤੁਹਾਨੂੰ ਰਿਪੋਰਟ ਕਰਨਾ ਪੈਂਦਾ, ਸਾਨੂੰ ਪੁਲਿਸ ਫਾਈਲ ਨੰਬਰ ਲੋੜ ਪੈਂਦੀ ਆ ICBC ਦੇ ਸਿਸਟਮ ਦੇ ਵਿੱਚ ਪਾਉਣ ਲਈ। ਸੋ ਕਈ ਵਾਰੀ ਕਲਾਇੰਟ ਉਹ ਹੀ ਡਰ ਜਾਂਦੇ ਵੀ ਉਹ ਮਾਈ ਗੋਡ ਸਾਨੂੰ ਪੁਲਿਸ ਨੂੰ ਰਿਪੋਰਟ ਕਰਨੀ, ਪਤਾ ਨਹੀਂ ਕੀ ਹੋਣਾ ਹੈ, ਬਟ ਇਟਸ ਜਸਟ ਅ ਸਿੰਪਲ ਪ੍ਰੋਸੈਸ ਹੈਗੀ ਆ। ਸੋ ਜਸਟ ਟੂ ਸੇਫਲੀ ਹੈਲਪ ਕਲਾਇੰਟ ਐਂਡ ਆਲਸੋ ਫॉर ਦਾ ਪੁਲਿਸ, ਬਿਕਾਜ਼ ਜੇ ਤੁਹਾਡੀ ਪਲੇਟ ਕਿਸੇ ਨੇ ਰੋਂਗਲੀ ਯੂਜ਼ ਹੋਈ ਹੈ, ਬਿਕਾਜ਼ ਉਹ ਪਲੇਟ ਤੁਹਾਡੇ ਅੰਡਰ ਹੈਗੀ ਸੀਗੀ, ਕਿਸੇ ਨੇ ਮੇ ਬੀ ਹੁਣ ਨਿਊ ਸਿਸਟਮ ਦੇ ਵਿੱਚ ਮੇ ਬੀ ਥੋੜ੍ਹਾ ਬੈਟਰ ਹੋ ਜਾਊਗਾ, ਬਟ ਪੁਰਾਣੇ 'ਚ ਕੀ ਹੁੰਦਾ ਸੀਗਾ ਵੀ ਤੁਸੀਂ ਕੋਈ ਕਿਸੇ ਨੇ ਮਿਸਯੂਜ਼ ਕਰਨ ਲਈ, ਕੋਈ ਚੋਰੀ ਕਰਨ ਲਈ, ਜਾਂ ਪੁਲਿਸ ਤੋਂ ਬਚਣ ਲਈ ਐਕਸਪਾਇਰਡ ਕਾਰ 'ਤੇ ਰੋਂਗ ਪਲੇਟਾਂ ਲਾ ਕੇ ਚਲਾ ਰਿਹਾ ਆ, ਰਾਈਟ। ਪਲੇਟ ਤੁਹਾਡੇ 'ਤੇ ਸੀ ਜਦੋਂ ਪੁਲਿਸ ਦੀ ਕਸਟਡੀ 'ਚ ਆ ਗਈ ਜਾਂ ਐਕਸੀਡੈਂਟ ਹੋਇਆ, ਸੋ ਬੇਸਿਕਲੀ ਟੈਕਨੀਕਲੀ ਲਾਇਬਿਲਿਟੀ ਤੁਹਾਡੀ ਆ, ਜਾਂ ਉਹਨਾਂ ਕੋਈ ਵੀ ਕ੍ਰਾਈਮ ਹੋ ਗਿਆ ਬੀਇੰਗ ਦੈਟ ਪਲੇਟ। ਸੋ ਉਹ RCMP ਨੂੰ ਪਤਾ ਹੋਣਾ ਚਾਹੀਦਾ, ਜਾਂ ਪੁਲਿਸ ਨੂੰ, ਤੁਹਾਡੀ ਲੋਕਲ ਪੁਲਿਸ ਨੂੰ ਪਤਾ ਹੋਣਾ ਚਾਹੀਦਾ ਵੀ ਇਹ ਪਲੇਟ ਲੋਸਟ ਜਾਂ ਸਟੋਲਨ ਦੇ ਵਿੱਚ ਆਲਰੇਡੀ ਸਾਡੇ ਕੋਲ ਰਿਕਾਰਡਡ ਆ, ਸੋ ਦਿਸ ਇਜ਼ ਨਾਟ ਦ ਵਨ ਹੂ ਡਿਡ ਦ ਕ੍ਰਾਈਮ। ਸੋ ਉਹ ਚੀਜ਼ ਲਈ ਤੁਹਾਨੂੰ ਰਿਪੋਰਟ ਕਰਨੀ ਪੈਂਦੀ ਹੈ। ਤੁਸੀਂ ਨੌਨ ਐਮਰਜੈਂਸੀ ਨੰਬਰ 'ਤੇ ਮੋਸਟਲੀ 8 ਵਜੇ ਤੱਕ ਸਾਰੀ ਜਿਹੜੇ ਨੌਨ ਐਮਰਜੈਂਸੀ ਨੰਬਰ ਓਪਨ ਹੁੰਦੇ, ਤੁਸੀਂ ਜਸਟ ਫੋਨ ਕਰਕੇ ਉਹਨਾਂ ਨੇ ਬੇਸਿਕ ਇਨਫੋਰਮੇਸ਼ਨ ਪੁੱਛਦੇ ਆ ਅਤੇ ਉਹਨਾਂ ਨੂੰ ਪੁਲਿਸ ਫਾਈਲ ਨੰਬਰ ਦਿੰਦੇ ਆ। ਸੋ ਦੇਰ ਇਜ਼ ਨੋ ਮਚ ਇਨਫੋਰਮੇਸ਼ਨ ਨੀਡਡ, ਓਨਲੀ ਅਬਾਊਟ ਦ ਕਾਰ, ਕਿੱਥੇ ਤੁਸੀਂ ਪਲੇਟ ਦੇਖੀ ਸੀਗੀ, ਕਿਹੜੀ ਕਾਰ ਚਲਾਉਂਦੇ ਆ, ਕਦੋਂ ਤੁਸੀਂ ਦੇਖੀ ਸੀਗੀ, ਬੇਸਿਕ ਇਨਫੋਰਮੇਸ਼ਨ ਅਬਾਊਟ ਕਾਰ ਦੀ ਪੁੱਛਦੇ ਆ, ਤੇ ਨਾ ਤੁਹਾਨੂੰ ਪੁਲਿਸ ਫਾਈਲ ਨੰਬਰ ਦਿੰਦੇ ਓਵਰ ਦ ਫੋਨ। ਯੂ ਡੋਂਟ ਹੈਵ ਟੂ ਗੋ ਐਂਡ ਵਿਜ਼ਿਟ ਦ ਪੁਲਿਸ ਸਟੇਸ਼ਨ। ਤੇ ਜੇ ਮੰਨ ਲਓ ਚੋਰੀ ਨਹੀਂ ਹੋਈ, ਵੈਸੇ ਹੀ ਨੱਠ ਢਿੱਲਾ ਸੀ, ਕਿਤੇ ਡਿੱਗ ਪਈ, ਉਹਦੇ ਲਈ ਵੀ ਪੁਲਿਸ ਕੋਲ ਜਾਣਾ ਪੈਂਦਾ ਕਿ ਉਹ ਦੁਬਾਰਾ ਰੀਇਸ਼ੂ ਹੋ ਜਾਂਦੀ ਹੈ? ਨਹੀਂ, ਦੋਨੇ ਕੇਸਿਸ ਦੇ ਵਿੱਚ ਪੁਲਿਸ ਨੂੰ ਰਿਪੋਰਟ ਕਰਨੀ ਪੈਂਦੀ ਹੈ, ਬਿਕਾਜ਼ ਜੇ ਤੁਸੀਂ ਡਿੱਗੀ ਆ ਦੈਨ ਯੂ ਕੈਨ ਨਾਟ, ਯੂ ਡੋਂਟ ਨੋ ਇਟਸ ਡਿੱਗੀ ਆ ਜਾਂ ਚੋਰੀ ਹੋਈ ਆ, ਰਾਈਟ। ਜੇ ਤੁਸੀਂ ਦੇਖ ਲਿਆ ਵੀ ਡਿੱਗੀ ਆ ਦੈਨ ਯੂ ਕੈਨ ਗ੍ਰੈਬ ਇਟ, ਪਰ ਤੁਹਾਨੂੰ ਪਤਾ ਹੀ ਨਹੀਂ ਵੀ ਉਹ ਚੋਰੀ ਹੋਈ ਕਿ ਡਿੱਗੀ ਆ। ਦੋਨੇ ਕੇਸਿਸ ਦੇ ਵਿੱਚ ਜੇ ਡਿੱਗ ਵੀ ਗਈ ਆ, ਲੈਸੇ ਤੁਹਾਨੂੰ ਪਤਾ ਵੀ ਉਹ ਡਿੱਗੀ ਆ, ਦੈਨ ਉਹ ਮੇ ਵੀ ਕਿਸੇ ਰੋਂਗ ਹੱਥ 'ਤੇ ਨਹੀਂ ਚੱਲ ਗਈ ਕਿਤੇ। ਇਸੇ ਲਈ ਤੁਹਾਨੂੰ ਪੁਲਿਸ ਨੂੰ ਇੱਕ ਵਾਰੀ ਰਿਪੋਰਟ ਕਰਨੀ ਤੁਹਾਡੇ ਲਈ ਜ਼ਿਆਦਾ ਬੈਨੀਫਿਟ ਆ ਦੈਨ ਐਨੀ ਅਦਰ ਪਰਸਨ। ਆਖਰ ਦੇ ਵਿੱਚ ਸਾਨੂੰ ਕੰਟੈਕਟ ਨੰਬਰ ਦੱਸਿਓ ਜੀ, ਕਿਸੇ ਨੇ ਜਾਣਕਾਰੀ ਲੈਣੀ ਹੈ AMC ਇੰਸ਼ੋਰੈਂਸ 'ਤੇ ਕਿੱਥੇ ਕਾਲ ਕਰ ਸਕਦੇ?
ਸ਼ੋਰ ਹਾਂਜੀ ਅਸੀਂ ਆਲਵੇਜ਼ ਕਹਿੰਦੇ ਆ ਜੇ ਕੋਈ ਹੋਰ ਕੁਐਸਚਨ ਹੈਗਾ ਆ ਤੁਸੀਂ ਆਲਵੇਜ਼ ਸਾਨੂੰ ਕੰਟੈਕਟ ਕਰੋ ਸਾਡੇ ਪ੍ਰੋਫੈਸ਼ਨਲ ਆਲਵੇਜ਼ ਤੁਹਾਡੇ ਲਈ ਰੈਡੀ ਹੁੰਦੇ ਆ ਤੁਸੀਂ ਸਾਨੂੰ ਐਨੀ ਬ੍ਰਾਂਚ ਤੇ ਕਾਲ ਕਰ ਸਕਦੇ ਆ 604-507-6666 we are located on Jork Business Center 128 and 80th Plaza thank you ਬਹੁਤ ਬਹੁਤ ਮਿਹਰਬਾਨੀ ਜੀ ਦੋਸਤੋ ਗੁਰਨੀਤ ਕੌਰ ਹੋਣਾ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਕੋਈ ਵੀ ਤੁਹਾਡਾ ਇਸ ਮਾਮਲੇ ਦੇ ਵਿੱਚ ਸਵਾਲ ਆ AMC ਇੰਸ਼ੋਰੈਂਸ ਨੂੰ ਕਾਲ ਕਰ ਲਓ ਤੁਹਾਨੂੰ ਫ੍ਰੀ ਸਲਾਹ ਦੇਣਗੇ ਤੁਹਾਨੂੰ ਕੋਈ ਵੀ ਸਵਾਲ ਆ ਉਹਦਾ ਜਵਾਬ ਦੇਣਗੇ ਕਿਸੇ ਵੇਲੇ ਵੀ ਤੁਸੀਂ ਇਹਨਾਂ ਨਾਲ ਕੰਟੈਕਟ ਕਰਕੇ ਜਾਣਕਾਰੀ ਲੈ ਸਕਦੇ ਹੋ ਇੰਸ਼ੋਰੈਂਸ ਲੈ ਸਕਦੇ ਹੋ ਕੈਮਰਾਮੈਨ ਅਮਿਤ ਮਨੀਸਰ ਨਾਲ ਜਿਸ ਕਾਰਨ ਚੈਨਲ ਪੰਜਾਬੀ ਸਰੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।